ਹਾਲੇਲੂਇਆ ਹਾਲੇਲੂਇਆ। ਸਭ ਨੂੰ ਜੈ ਮਸੀਹ ਦੀ। ਸਭ ਤੋਂ ਪਹਿਲਾਂ ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ ਅੱਜ ਦੇ ਇਸ ਸੁੰਦਰ ਸਮੇਂ ਦੇ ਲਈ ਕਿ ਪ੍ਰਭੂ ਨੇ ਇੱਕ ਵਾਰੀ ਫੇਰ ਸਾਨੂੰ ਆਪਣੇ ਕਰਮਾਂ ਦੇ ਵਿੱਚ ਇਕੱਠਿਆਂ ਕੀਤਾ। ਪਿਛਲਾ ਸਾਰਾ ਸਮਾਂ ਸਾਡੀ ਨਿਗਰਾਨੀ ਰਖਵਾਲੀ ਔਰ ਸਾਨੂੰ ਸੰਭਾਲਿਆ। ਸਭ ਗੱਲਾਂ ਦੇ ਲਈ ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ। तो आइए ਅੱਜ ਦਾ ਵਚਨ ਸੁਣ ਲਈ ਜਾ ਰਹੇ ਹਾਂ। ਅੱਜ ਦਾ ਸਾਡਾ ਵਿਸ਼ਾ ਉਹੀ ਹੈ ਜੋ ਤੁਸੀਂ ਆਪਣੀ ਮੋਬਾਈਲ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਕਿ ਆਦਮ ਦੇ ਪਾਪ ਕਰਨ ਦੇ ਕਾਰਨ ਮਨੁੱਖ ਜਾਤੀ ਨੂੰ ਕੀ ਨੁਕਸਾਨ ਹੋਇਆ। ਆਦਮ ਦੇ ਪਾਪ ਕਰਨ ਦੇ ਕਾਰਨ ਮਨੁੱਖ ਜਾਤੀ ਨੂੰ ਕੀ ਨੁਕਸਾਨ ਝੱਲਣਾ ਪਿਆ ਤੇ ਉਸ ਤੋਂ ਬਾਅਦ ਫਿਰ ਪਰਮੇਸ਼ਰ ਨੇ ਉਹਨਾਂ ਨੁਕਸਾਨਾਂ ਦੀ ਭਰਪਾਈ ਦੇ ਲਈ ਕੀ ਸਾਡੇ ਲਈ ਇੰਤਜ਼ਾਮ ਕੀਤਾ। ਤਾਂ ਹੀ ਕਹਿੰਦੇ ਅਸੀਂ ਪਰਮੇਸ਼ਰ ਸਾਨੂੰ ਪਿਆਰ ਕਰਦਾ ਹੈ, ਪਰਮੇਸ਼ਰ ਸਾਨੂੰ ਸੰਭਾਲਦਾ ਹੈ, ਪਰਮੇਸ਼ਰ ਦੀ ਕਿਰਪਾ ਸਾਡੇ ਉੱਪਰ ਹੋਈ ਹੈ। ਕਿਸ ਤਰੀਕੇ ਨਾਲ ਉਹਦੀ ਕਿਰਪਾ ਹੈ। ਨੁਕਸਾਨ ਇੱਕ ਵਾਰ ਫਿਰ ਮੈਂ ਰਿਪੀਟ ਕਰਾਂਗਾ ਕਿ ਕੀ ਨੁਕਸਾਨ ਸੀ ਜਿਹੜੇ ਆਦਮ ਔਰ ਹਵਾ ਦੇ ਪਾਪ ਕਰਨ ਦੇ ਕਾਰਨ ਸਾਰੀ ਮਨੁੱਖ ਜਾਤੀ ਨੂੰ ਹੋ ਗਏ। ਕਿ ਸਭ ਤੋਂ ਪਹਿਲਾਂ ਤੇ ਉਹ ਆਤਮਿਕ ਤੌਰ ਤੇ ਮਰ ਗਿਆ। ਜਿਸ ਤਰ੍ਹਾਂ ਕਿ ਪਰਮੇਸ਼ਰ ਨੇ ਕਿਹਾ ਸੀ ਤੂੰ ਜਿਸ ਦਿਨ ਇਹ ਫਲ ਖਾਏਂਗਾ ਤੂੰ ਕੀ ਹੋਵੇਂਗਾ, ਜ਼ਰੂਰ ਮਰ ਜਾਵੇਂਗਾ। ਉਹ ਬੇਸ਼ੱਕ ਸਰੀਰਕ ਤੌਰ ਤੇ ਨਹੀਂ ਮਰਿਆ ਪਰ ਆਤਮਿਕ ਤੌਰ ਤੇ ਕੀ ਹੋ ਗਿਆ, ਉਹ ਮਰ ਗਿਆ। ਕਹਿਣ ਦਾ ਮਤਲਬ ਅਸੀਂ ਸਭ ਜਿਹੜੇ ਵੀ ਆਦਮ ਤੋਂ ਬਾਅਦ ਪੈਦਾ ਹੋਏ ਜਾਂ ਜਿੰਨਿਆਂ ਵੀ ਜਨਮ ਲਿਆ ਅੱਜ ਤੱਕ ਜੋ ਜਨਮ ਲੈਂਦੇ ਨੇ, ਜਿਨ੍ਹਾਂ ਤੇ ਪ੍ਰਭੂ ਯੀਸ਼ੂ ਮਸੀਹ ਦੀ ਇਹ ਕਿਰਪਾ ਨਹੀਂ ਹੋਈ, ਜਿਨ੍ਹਾਂ ਨੇ ਪ੍ਰਭੂ ਯੀਸ਼ੂ ਮਸੀਹ ਨੂੰ ਆਪਣੇ ਲਈ ਜੀਵਨ ਨਹੀਂ ਦਿੱਤਾ ਜਾਂ ਜਿਨ੍ਹਾਂ ਨੇ ਨਵੇਂ ਸਿਰਿਓਂ ਅਜੇ ਤੱਕ ਜਨਮ ਨਹੀਂ ਲਿਆ, ਉਹ ਅਜੇ ਤੱਕ ਵੀ ਸਰੀਰਕ ਤੌਰ ਤੇ ਜਿਉਂਦੇ ਨੇ ਪਰ ਆਤਮਿਕ ਤੌਰ ਤੇ ਕੀ ਕਰ ਚੁੱਕੇ ਨੇ, ਉਹ ਮਰ ਚੁੱਕੇ ਨੇ। ਸਿੱਧਾ ਸਿੰਪਲ ਗੱਲ ਅਸੀਂ ਸਮਝ ਲਈਏ ਕਿ ਅਸੀਂ ਸਭ ਜਿੰਦੇ ਮੁਰਦੇ ਸੀ। ਸਿਰਫ ਇੱਕ ਕੰਮ ਬਾਕੀ ਰਹਿ ਗਿਆ ਸੀ, ਜਾਂ ਤੇ ਜਿਹੜੇ ਦਫਨਾਉਂਦੇ ਨੇ ਉਹਨਾਂ ਤੇ ਮਿੱਟੀ ਪੈਣੀ ਬਾਕੀ ਰਹਿ ਗਈ ਸੀ, ਜਿਹੜੇ ਸੰਸਕਾਰ ਕਰਦੇ ਨੇ ਉਹਨਾਂ ਨੂੰ ਅੱਗ ਲਾਉਣੀ ਬਾਕੀ ਹੈ, ਬਾਕੀ ਕੁਝ ਵੀ ਨਹੀਂ। ਪਰ ਧੰਨਵਾਦ ਹੈ ਪ੍ਰਭੂ ਯੀਸ਼ੂ ਮਸੀਹ ਦੇ ਵਿੱਚ ਉਹਨੇ ਇੱਕ ਨਵੀਂ ਆਸ ਦਿੱਤੀ ਹੈ। ਕਹਿੰਦਾ ਮੇਰਾ ਧਰਮੀ ਜਨ ਜੇ ਮਰ ਵੀ ਜਾਏਗਾ ਨਾ ਉਹ ਤਾਂ ਵੀ ਜਿਉਂਦਾ ਰਹੇਗਾ। ਇਹ ਇੰਤਜ਼ਾਮ ਸਾਡੇ ਵਾਸਤੇ ਇਹ ਕੀਤਾ ਕਿ ਮੈਂ ਤੈਨੂੰ ਨਵੇਂ ਸਿਰੇ ਤੋਂ ਜਨਮ ਦੇਵਾਂਗਾ। ਬੇਸ਼ੱਕ ਪਾਪ ਨੇ, ਸ਼ੈਤਾਨ ਨੇ ਤੈਨੂੰ ਮਾਰ ਦਿੱਤਾ ਸੀ ਪਰ ਮੈਂ ਤੈਨੂੰ ਨਵੇਂ ਸਿਰਿਓਂ ਕੀ ਦੇਵਾਂਗਾ, ਹੁਣ ਜਨਮ ਦੇਵਾਂਗਾ। ਪ੍ਰਭੂ ਯੀਸ਼ੂ ਮਸੀਹ ਨੇ ਨਵੇਂ ਸਿਰੇ ਤੋਂ ਸਾਨੂੰ ਕੀ ਦਿੱਤਾ ਆ, ਜਨਮ ਦਿੱਤਾ। तो आइए अगे। और दूसरा नुकसान सी संगति की हो गई सी, परमेश्वर दे नालों टुट गई सी। आदम ते हवा दे नाल परमेश्वर लिखिया ठंडे वक्त आके की करदा सी, गल करदा सी। तीसरा नुकसान सी लिबास गवा बैठा इंसान, नंगा हो गया आदम। कहता परमेश्वर मैं नंगा, मैं तेरे सामने की नहीं कर सकदा, आ नहीं सकदा। चौथा अपना हक खो लिया, जिस हक दे नाल उस बाग च फिरदा सी। परमेश्वर कहंदा सी ना तू अपना किसी भी बाग दे किसी भी दरख्त तो तू की कर सकदा है, खा सकदा। और पंजवां उस बाग दे विचों की कर दिता गया, घर दे विचों कढ़ दिता गया। ये 5 नुकसान होए पर धन्नवाद है प्रभु यीशु मसीह दा, उन्हें फिर इन्हां 5 नुकसानां नूं साडे वास्ते सही करके दिता। ये 5 जो गलतियां हो गईयां सी उन्हां नूं फिर परमेश्वर ने दोबारा की कीता, साडे लई सुधारिया। एक असीं सिख चुके हां कि आत्मिक तौर ते मोया नूं परमेश्वर ने फिर नवे सिरे तो की दिता है, जन्म दिता है। तो आइए पढ़ते हैं अगला नुकसान जी, संगति टुट गई सी। तुसीं जानदे हो अज पॉइंट नंबर 2 ते असीं आए हैं। आदम दे पाप करन दे कारण परमेश्वर दी और इंसान दी संगति की हो गई सी, टुट गई सी। पहला परमेश्वर और इंसान आदम इकट्ठे बैठ के की करदे सी, गल करदे सी। देखिया परमेश्वर आउंदा सी ते आदम नाल बैठ के की करदा सी, संगति करदा सी, गल करदा सी। पर आदम दे पाप करन तो बाद परमेश्वर ने आदम और अपने विच जान की इंसानां दे विच और अपने विच एक इन्नी वड्डी दूरी बना लई कि हुण परमेश्वर तक जाना इंसान दा औखा हो गया। तुसीं देखदे हो आदम दे नाल खुद बाग च की करना आउंदा सी, ओह मिलन आउंदा सी। पर बाद च की होया, फिर परमेश्वर कदी पहाड़ ते रहिंदा, पहाड़ ते किसे एक नूं अपने कोल की करदा सी, ओह बुलाउंदा सी। फिर परमेश्वर मिलाप वाले तंबू च आ गया और मिलाप वाले तंबू च आके अत पवित्र स्थान दे विच ओह बैठ के 3.5 सेंटीमीटर मोटे पर्दे दे अंदर सी। मतलब कि साडी ए उंगल दे बराबर मोटाई दा पर्दा सी, यानी कि एक कंध दी एक दीवार सी। उन्होंने तां ही कहंदे वैर विरोध दी जुदाई दी की पाली सी, उन्हें
ਕਾਹਦੇ ਕਾਰਨ? ਕਿਉਂਕਿ ਇਨਸਾਨ ਨੇ ਉਹਦੀ ਗੱਲ ਨਹੀਂ ਮੰਨੀ। ਉਹਦੀ ਗੱਲ ਨਾ ਮੰਨਦੇ ਹੋਏ ਸ਼ੈਤਾਨ ਦੀ ਗੱਲ ਮੰਨ ਕੇ, ਸ਼ੈਤਾਨ ਦੀ ਮਰਜ਼ੀ ਪੂਰੀ ਕਰਕੇ ਪਰਮੇਸ਼ਰ ਦੀ ਮਰਜ਼ੀ ਪੂਰੀ ਨਹੀਂ ਕੀਤੀ। ਇਸ ਚੀਜ਼ ਨੂੰ ਪਰਮੇਸ਼ਰ ਨੇ ਪਾਪ ਕਿਹਾ। ਤੇ ਜਿੱਦਣ ਤੂੰ ਆਪਣੀ ਤੇ ਸ਼ੈਤਾਨ ਦੀ ਮਰਜ਼ੀ ਪੂਰੀ ਕਰੇਗਾ ਨਾ, ਉਦਣ ਤੂੰ ਜ਼ਰੂਰ ਮਰ ਜਾਵੇਂਗਾ। ਆਦਮ ਤੇ ਹਵਾ ਨੇ ਇਹੀ ਕਰ ਦਿੱਤਾ। ਆਤਮਿਕ ਤੌਰ ਤੇ ਮਰ ਗਏ, ਫਿਰ ਜਿੰਦੇ ਕੀਤਾ। ਪਰ ਉਸ ਤੋਂ ਬਾਅਦ ਸੰਗਤੀ ਦੇ ਲਈ ਪਰਮੇਸ਼ਰ ਨੂੰ ਆਦਮ ਕੋਲ ਜਾਣਾ ਸੀ, ਪਰ ਹੁਣ ਪਰਮੇਸ਼ਰ ਕੀ ਨਹੀਂ ਕਰਦਾ? ਆਦਮ ਦੇ ਨਾਲ ਕੋਈ ਵੀ ਗੱਲ ਨਹੀਂ ਕਰਦਾ। ਇਸ ਕਾਰਨ ਹੁਣ ਹੁੰਦਾ ਕੀ ਸੀ? ਮਿਲਾਪ ਵਾਲੇ ਤੰਬੂ ਦੇ ਵਿੱਚ ਸਾਲ 'ਚ ਇੱਕ ਵਾਰ, ਇੱਕ ਸਾਲ ਦੇ ਵਿੱਚ ਇੱਕ ਵਾਰ, ਉਹ ਵੀ ਮਹਾਜਾਜਕ ਇੱਕ ਵਾਰ ਸਾਲ ਦੇ ਵਿੱਚ ਆਪਣੇ ਆਪ ਨੂੰ 40 ਦਿਨ ਸ਼ੁੱਧ ਕਰਨ ਤੋਂ ਬਾਅਦ ਥੋੜੇ ਪਲ ਦੇ ਲਈ ਹੀ ਕਿੱਥੇ ਜਾਂਦਾ ਸੀ? ਪਰਮੇਸ਼ਰ ਦੇ ਕੋਲ ਜਾਂਦਾ ਸੀ। ਤੇ ਪਛਤਾਪ ਦਾ ਉਹ ਲਹੂ ਛੜਕ ਕੇ ਉਹ ਫਿਰ ਕੀ ਆਉਂਦਾ ਸੀ? ਵਾਪਸ ਆਉਂਦਾ ਸੀ। ਮਤਲਬ ਇੰਨੀ ਦੂਰੀ ਸੀ, ਸੰਗਤੀ ਨਹੀਂ ਸੀ। ਪਰ ਯਾਦ ਰੱਖੋ, ਜਿੱਦਣ ਪ੍ਰਭੂ ਯਿਸੂ ਮਸੀਹ ਸਲੀਬ ਤੇ ਜਾਨ ਦਿੱਤੀ ਆ, ਉੱਥੇ ਕੁਝ ਘਟਨਾ ਹੋਈਆਂ ਨੇ। ਉਹਨਾਂ ਘਟਨਾ ਚੋਂ ਇੱਕ ਘਟਨਾ ਸੀ ਕਿ ਉਸ ਪਵਿੱਤਰ ਸਥਾਨ ਦਾ, ਅਤ ਮਹਾਪਵਿੱਤਰ ਸਥਾਨ ਦਾ ਪਰਦਾ ਉੱਪਰ ਤੋਂ ਲੈ ਕੇ ਥੱਲੇ ਤੱਕ ਕੀ ਹੋ ਗਿਆ? ਪਾਟ ਗਿਆ। ਉਹ ਜਿਹੜਾ ਮੋਟਾ ਪਰਦਾ ਸੀ, ਉਹ ਪਰਦਾ ਕੀ ਹੋ ਗਿਆ? ਪਾਟ ਗਿਆ। ਕੀ ਕਹਿਣ ਦਾ ਮਤਲਬ? ਹੁਣ ਇਨਸਾਨ ਤੇਰੇ ਵਿੱਚ ਔਰ ਮੇਰੇ ਵਿੱਚ ਕੋਈ ਵੀ ਹੁਣ ਵੈਰ ਵਿਰੋਧ ਵਾਲੀ ਜੁਦਾਈ ਦੀ ਕੰਧ ਨਹੀਂ ਰਹੀ। ਹੁਣ ਤੂੰ ਕਦੇ ਵੀ ਮੇਰੇ ਕੋਲ ਕੀ ਕਰ ਸਕਦਾ ਆ ਸਕਦਾ ਹੈ। ਪੜਦੇ ਜਦੋਂ ਅਸੀਂ ਪਤਰਸ ਔਰ ਰਸੂਲਾਂ ਨੂੰ ਪ੍ਰਚਾਰ ਕਰਦੇ ਦੇਖਦੇ ਹਾਂ, ਤਾਂ ਲੋਕਾਂ ਦੇ ਪ੍ਰਚਾਰ ਦੇ ਦੁਆਰਾ ਦਿਲ ਜਦੋਂ ਛਿਦੇ ਨੇ, ਲੋਕਾਂ ਨੇ ਉਹਨਾਂ ਕੋਲ ਸਵਾਲ ਪੁੱਛਿਆ, ਹੇ ਭਰਾਵੋ ਅਸੀਂ ਹੁਣ ਕੀ ਕਰੀਏ? ਉਹਨਾਂ ਨੇ ਪਵਿੱਤਰ ਆਤਮਾ ਦੀ ਅਗਵਾਈ ਦੇ ਨਾਲ ਉਹਨਾਂ ਨੂੰ ਕੁਝ ਨਿਰਦੇਸ਼ ਦਿੱਤੇ ਨੇ। ਕੀ ਕਹਿੰਦੇ? ਪੜ੍ਹੀਏ ਜੀ ਜਰਾ, ਰਸੂਲਾਂ ਦੇ ਕਿਤਾਬ 2 ਬਾਬ ਉਹਦਾ 42 ਵਚਨ। ਅਤੇ ਉਹ ਲਗਾਤਾਰ ਰਸੂਲਾਂ ਦੀ ਸਿੱਖਿਆ ਅਤੇ ਸੰਗਤ ਵਿੱਚ, ਕਿਹਦੇ ਚ? ਲਗਾਤਾਰ ਰਸੂਲਾਂ ਦੀ ਸਿੱਖਿਆ ਤੇ ਸੰਗਤ ਦੇ ਵਿੱਚ। ਹੁਣ ਅੱਜ ਜੋ ਤੁਸੀਂ ਇੱਥੇ ਬੈਠੇ ਹੋ, ਕੁਝ ਲੋਕ ਇੱਥੇ ਬੈਠੇ ਨੇ, ਕੁਝ ਲੋਕ ਆਪੋ ਆਪਣੇ ਘਰਾਂ ਦੇ ਵਿੱਚ ਮੋਬਾਈਲ ਤੇ ਫੇਸਬੁੱਕ ਤੇ ਇਸ ਵਚਨ ਨੂੰ ਕੀ ਕਰ ਰਹੇ ਨੇ? ਸੁਣ ਰਹੇ ਨੇ। ਹੁਣ ਤੁਹਾਡੇ ਨਾਲ ਕੌਣ ਗੱਲਾਂ ਕਰ ਰਿਹਾ? ਮੈਂ ਗੱਲਾਂ ਨਹੀਂ ਕਰ ਰਿਹਾ। ਕੌਣ ਗੱਲ ਕਰ ਰਿਹਾ? ਉਹ ਸਵਰਗ ਦਾ ਪਰਮੇਸ਼ਰ। ਪਹਿਲਾਂ ਉਹੀ ਪਰਮੇਸ਼ਰ ਜਿਨੇ ਇਨਸਾਨ ਦੇ ਨਾਲੋਂ ਦੂਰੀ ਬਣਾ ਲਈ ਸੀ। ਹੁਣ ਉਹੀ ਪਰਮੇਸ਼ਰ ਕੀ ਕਹਿੰਦਾ? ਜਿੱਥੇ 2 ਜਾਂ 3 ਜਣੇ ਤੁਸੀਂ ਮੇਰੇ ਨਾਮ ਤੇ ਇਕੱਠੇ ਹੋਗੇ, ਮੈਂ ਕੀ ਹੋਵਾਂਗਾ? ਇਹ ਇੰਤਜ਼ਾਮ ਕਰਕੇ ਦੇ ਦਿੱਤਾ ਸਾਡੇ ਲਈ। ਅੱਜ ਅਸੀਂ ਜੋ ਬੈਠੇ ਆ ਪਰਮੇਸ਼ਰ ਦੀ ਹਜ਼ੂਰੀ 'ਚ ਆ, ਔਰ ਉਹ ਸੰਬੰਧ ਜੋ ਅਦਨ ਦੇ ਬਾਗ ਦੇ ਵਿੱਚ ਆਦਮ ਦਾ ਔਰ ਪਰਮੇਸ਼ਰ ਦਾ ਟੁੱਟ ਗਿਆ ਸੀ, ਯਿਸੂ ਮਸੀਹ ਦੇ ਦੁਆਰਾ ਉਹਨੇ ਫੇਰ ਸਾਨੂੰ ਕੀ ਕਰ ਦਿੱਤਾ ਆ? ਜੋੜ ਦਿੱਤਾ ਹੈ। ਯਿਸੂ ਮਸੀਹ ਨੇ ਕੀ ਇੰਤਜ਼ਾਮ ਕੀਤਾ ਕਿ ਹੁਣ ਦੁਬਾਰਾ ਮੈਂ ਪ੍ਰਭੂ ਇਨਸਾਨ ਦੇ ਨਾਲ ਕੀ ਕਰੇਗਾ? ਗੱਲ ਕਰੇਗਾ। ਉਹ ਕਿਸ ਤਰ੍ਹਾਂ? ਲਗਾਤਾਰ ਜਦੋਂ ਅਸੀਂ ਰਸੂਲਾਂ ਦੀ ਸਿੱਖਿਆ ਔਰ ਸੰਗਤੀ 'ਚ ਕੀ ਕਰਾਂਗੇ? ਲੱਗਦੇ ਜਾਵਾਂਗੇ। ਹੁਣ ਰਸੂਲ ਦਾ ਮਤਲਬ ਕੀ ਹੁੰਦਾ ਹੈ? ਰਸੂਲ ਦਾ ਮਤਲਬ ਹੁੰਦਾ ਪਰਮੇਸ਼ਰ ਦਾ ਮੂੰਹ। ਕਿ ਰਸੂਲ ਖੁਦ ਨਹੀਂ ਬੋਲ ਰਿਹਾ, ਜੋ ਵੀ ਬੋਲ ਰਿਹਾ, ਕੌਣ ਬੋਲ ਰਿਹਾ ਹੈ? ਪਰਮੇਸ਼ਰ ਬੋਲ ਰਿਹਾ। ਇਸ ਕਰਕੇ ਆਪਣੇ ਰਸੂਲਾਂ ਦੇ ਦੁਆਰਾ, ਆਪਣੇ ਦਾਸਾਂ ਦੇ ਦੁਆਰਾ ਅੱਜ ਪਰਮੇਸ਼ਰ ਸਾਡੇ ਨਾਲ ਕੀ ਕਰਦਾ ਆ? ਗੱਲ ਕਰਦਾ। ਜਿਸ ਤਰ੍ਹਾਂ ਉਸ ਸਮੇਂ ਅਦਨ ਦੇ ਬਾਗ ਦੇ ਵਿੱਚ ਆਦਮ ਦੇ ਨਾਲ ਪਰਮੇਸ਼ਰ ਕੀ ਕਰਦਾ ਸੀ? ਗੱਲਾਂ ਕਰਦਾ ਸੀ। ਇਹ ਹੈ ਪਰਮੇਸ਼ਰ ਦਾ ਇੰਤਜ਼ਾਮ। ਇਹ ਹੈ ਪਰਮੇਸ਼ਰ ਦਾ ਪਿਆਰ ਜੋ ਉਹਨੇ ਸਾਡੇ ਲਈ ਦਿਖਾਇਆ। ਦੂਰ ਗਏ ਇਨਸਾਨ ਨੂੰ ਉਹਨੇ ਖੁਦ ਪਹਿਲ ਕਰਕੇ ਆਪਣੇ ਕੋਲ ਬੁਲਾਇਆ। ਟੁੱਟੀ ਸੰਗਤੀ ਨੂੰ ਫੇਰ ਦੁਬਾਰਾ ਜੋੜਿਆ। ਪਰ ਇਹ ਹੋਏਗਾ ਕਿਸ ਤਰ੍ਹਾਂ? ਤੇ ਟੁੱਟੀ ਸੰਗਤੀ ਜੁੜੇਗੀ ਕਿਸ ਤਰ੍ਹਾਂ? ਇਹਦੇ ਵਾਸਤੇ ਤੁਸੀਂ ਪੜ੍ਹਦੇ ਹੋ ਜਰਾ ਰਸੂਲਾਂ ਦੀ ਕਿਤਾਬ 2 ਬਾਬ 37 ਵਚਨ ਤੋਂ। ਜਦੋਂ ਉਹਨਾਂ ਨੇ ਇਹ ਸੁਣਿਆ ਤਾਂ ਉਹਨਾਂ ਦੇ ਦਿਲ ਛਿਦ ਗਏ। ਅਤੇ ਪਤਰਸ ਔਰ ਬਾਕੀ ਦੇ ਰਸੂਲਾਂ ਨੂੰ ਕਿਹਾ ਕਿ ਹੇ ਭਾਈਓ ਅਸੀਂ ਕੀ ਕਰੀਏ? ਹੇ ਭਾਈਓ ਹੁਣ ਅਸੀਂ ਕੀ ਕਰੀਏ? ਤਦ ਪਤਰਸ ਨੇ ਉਹਨਾਂ ਨੂੰ ਆਖਿਆ, ਤੋਬਾ ਕਰੋ। ਸਭ ਤੋਂ ਪਹਿਲਾਂ ਤੋਬਾ ਕਰੋ ਜਾਂ ਮਨ ਫਿਰਾਓ। ਜਦ ਤੱਕ ਤੁਸੀਂ ਮਨ ਨਹੀਂ ਫਿਰਾਉਂਦੇ, ਜਦ ਤੱਕ ਤੁਸੀਂ ਆਪਣੀ ਪੁਰਾਣੀ ਜ਼ਿੰਦਗੀ ਤੋਂ ਮੁੜਦੇ ਨਹੀਂ, ਤਦ ਤੱਕ ਤੁਹਾਡੀ ਔਰ ਪਰਮੇਸ਼ਰ ਦੀ ਆਪਸ ਸੰਗਤੀ ਨਹੀਂ ਹੋ ਸਕਦੀ। ਤਦ ਤੱਕ ਇਹ ਜੋ ਗੈਪ ਪਿਆ ਸੀ, ਇਹ ਜੋ ਵਿਛੋੜਾ ਪਿਆ ਸੀ, ਇਹ ਵਿਛੋੜਾ ਦੁਬਾਰਾ ਮਿਲ ਨਹੀਂ ਸਕਦਾ। ਇਸ ਲਈ ਇਸ ਕੰਮ ਨੂੰ ਪੂਰਾ ਕਰਨ ਦੇ ਲਈ
ਸਭ ਤੋਂ ਪਹਿਲਾਂ ਸਾਨੂੰ ਤੋਬਾ ਕਰਨੀ ਪੈਣੀ ਆ, ਆਪਣੇ ਜੀਵਨ ਨੂੰ ਬਦਲਣਾ ਪੈਣਾ, ਆਪਣੇ ਮਨ ਨੂੰ ਫਿਰਾਉਣਾ ਪੈਣਾ। ਜਿੱਧਰ ਅਸੀਂ ਚੱਲ ਰਹੇ ਆ ਨਾ, ਉਧਰੋਂ ਮਨ ਨੂੰ ਘੁਮਾ ਕੇ ਫਿਰਾ ਕੇ ਪ੍ਰਭੂ ਯਿਸੂ ਮਸੀਹ ਦੇ ਰਸਤੇ ਤੇ ਜਾਂ ਆਤਮਿਕ ਜੀਵਨ ਦੇ ਰਸਤੇ ਤੇ ਕੀ ਕਰਨਾ ਪੈਣਾ ਆ? ਆਉਣਾ ਪੈਣਾ ਆ। ਫਿਰ ਤਿਆਰੀ ਹੋਏਗੀ ਸਾਡੀ ਪਰਮੇਸ਼ਰ ਦੇ ਨਾਲ ਮਿਲਣ ਦੀ। ਤੋਬਾ ਕਰੋ, ਹਾਂ, ਅਤੇ ਤੁਹਾਡੇ ਵਿੱਚੋਂ ਹਰੇਕ ਆਪੋ ਆਪਣੇ ਪਾਪਾਂ ਦੀ ਮਾਫੀ ਦੇ ਲਈ ਫਿਰ ਕੀ ਕਰਨਾ ਪਵੇਗਾ? ਬਪਤਿਸਮਾ ਲੈਣਾ ਪਵੇਗਾ। ਤੋਬਾ ਕਰਨ ਤੋਂ ਬਾਅਦ ਪਾਪਾਂ ਦੀ ਮਾਫੀ ਦੇ ਲਈ ਕੀ ਕਰਨਾ ਪਵੇਗਾ? ਬਪਤਿਸਮਾ ਲੈਣਾ ਪਵੇਗਾ, ਹਾਂ। ਤਾਂ ਪਵਿੱਤਰ ਆਤਮਾ ਦਾ ਦਾਨ ਫਿਰ ਪਾਓਗੇ। ਤੁਹਾਨੂੰ ਇੱਕ ਗਿਫਟ ਮਿਲੇਗਾ, ਉਹ ਹੈ ਪਵਿੱਤਰ ਆਤਮਾ ਦਾ ਦਾਨ। ਪਰਮੇਸ਼ਰ ਆਪਣੇ ਪਵਿੱਤਰ ਆਤਮਾ ਨੂੰ, ਆਪਣੀ ਆਤਮਾ ਨੂੰ ਇੱਕ ਦਾਨ ਦੇ ਰੂਪ ਚ ਤੁਹਾਨੂੰ ਕੀ ਕਰੇਗਾ? ਉਹ ਦੇਵੇਗਾ, ਹਾਂ। ਕਿਉਂਕਿ ਇਹ ਕਰਾਰ ਤੁਹਾਡੇ ਔਰ ਤੁਹਾਡੇ ਬਾਲਕਾਂ ਦੇ ਨਾਲ ਕਹਿੰਦਾ ਹੈ। ਇਹ ਕਰਾਰ ਤੁਹਾਡੇ ਔਰ ਤੁਹਾਡੇ ਬਾਲਕਾਂ ਦੇ ਨਾਲ ਤੁਹਾਨੂੰ ਵੀ ਦਿੱਤਾ ਜਾਏਗਾ, ਤੁਹਾਡੇ ਬੱਚਿਆਂ ਨੂੰ ਵੀ ਕੀ ਕੀਤਾ ਜਾਵੇਗਾ? ਇਹ ਦਿੱਤਾ ਜਾਵੇਗਾ, ਹਾਂ। ਅਤੇ ਉਹਨਾਂ ਸਭਨਾਂ ਨਾਲ ਜਿਹੜੇ ਦੂਰ ਹਨ, ਔਰ ਸਾਰਿਆਂ ਦੇ ਨਾਲ, ਚਾਹੇ ਉਹ ਪਰਮੇਸ਼ਰ ਦੇ ਨੇੜੇ ਆ ਚਾਹੇ ਦੂਰ, ਸਭਨਾਂ ਤੇ ਪਰਮੇਸ਼ਰ ਚਾਹੁੰਦਾ ਉਹਦਾ ਆਤਮਾ ਕੀ ਕੀਤਾ ਜਾਵੇ? ਵਹਾਇਆ ਜਾਵੇ। ਔਰ ਉਸ ਤੋਂ ਬਾਅਦ ਉਹ ਕੀ ਕਹਿੰਦਾ ਹੈ? ਹਾਂਜੀ। ਅਤੇ ਜਿਨ੍ਹਾਂ ਨੂੰ ਪ੍ਰਭੂ ਸਾਡਾ ਪਰਮੇਸ਼ਰ ਆਪਣੇ ਕੋਲ ਬੁਲਾਵੇ, ਹਾਂ। ਅਤੇ ਹੋਰ ਵੀ ਬਹੁਤੀਆਂ ਗੱਲਾਂ ਨਾਲ ਉਹਨੇ ਸਾਖੀ ਦਿੱਤੀ ਅਤੇ ਹਾਂ। ਉਪਦੇਸ਼ ਕੀਤਾ ਹੂੰ। ਭਈ ਆਪਣੇ ਆਪ ਨੂੰ ਇਸ ਕੱਬੀ ਪੀੜੀ ਕੋਲੋਂ ਬਚਾਓ। ਹਾਂ। ਸੋ ਜਿਨ੍ਹਾਂ ਉਹਦੀ ਗੱਲ ਮੰਨ ਲਈ, ਉਹਨਾਂ ਨੇ ਬਪਤਿਸਮਾ ਲਿਆ ਅਤੇ ਉਸੇ ਦਿਨ 3000 ਜਣੇ ਉਹਨਾਂ ਵਿੱਚ ਰਲ ਗਏ। ਹਾਂ। ਅਤੇ ਉਹ ਲਗਾਤਾਰ ਰਸੂਲਾਂ ਦੀ ਸਿੱਖਿਆ ਸੰਗਤ ਵਿੱਚ ਔਰ ਫਿਰ ਲਗਾਤਾਰ ਰਸੂਲਾਂ ਦੀ ਸਿੱਖਿਆ ਔਰ ਪ੍ਰਭੂ ਦੀ ਸੰਗਤੀ ਦੇ ਵਿੱਚ ਕੀ ਕੀਤੇ ਰਹੇ ਹੋ? ਲੱਗੇ ਰਹੇ। ਇਹ ਸਾਡੇ ਲਈ ਕੀਤੇ ਇੰਤਜ਼ਾਮ। ਟੁੱਟੀ ਸੰਗਤੀ ਨੂੰ ਪਰਮੇਸ਼ਰ ਨੇ ਦੁਬਾਰਾ ਫਿਰ ਕੀ ਕਰ ਦਿੱਤਾ ਆ? ਜੋੜ ਦਿੱਤਾ। ਹਾਲੇਲੂਇਆ, ਹਾਲੇਲੂਇਆ। ਪਿਛਲੇ ਹਫਤੇ ਅਸੀਂ ਦੇਖਿਆ ਕਿਸ ਤਰ੍ਹਾਂ ਨਵਾਂ ਜੀਵਨ ਦੇ ਕੇ ਪਰਮੇਸ਼ਰ ਨੇ ਸਾਨੂੰ ਕੀ ਕੀਤਾ ਹੈ? ਦੁਬਾਰਾ ਨਵੇਂ ਸਿਰਿਓਂ ਜਨਮ ਦਿੱਤਾ। ਅੱਜ ਅਸੀਂ ਦੇਖ ਰਹੇ ਹਾਂ ਕਿਸ ਤਰ੍ਹਾਂ ਜਿਹੜੀ ਸੰਗਤੀ ਟੁੱਟ ਗਈ ਸੀ, ਉਹ ਸੰਗਤੀ ਨੂੰ ਫੇਰ ਪਰਮੇਸ਼ਰ ਬਹਾਲ ਕਰਨਾ ਚਾਹੁੰਦਾ, ਪਰ ਸਾਡੇ ਲਈ ਕੁਝ ਕੰਮ ਨਹੀਂ। ਸਭ ਤੋਂ ਪਹਿਲਾਂ ਸਾਨੂੰ ਆਪਣਾ ਜੀਵਨ ਕੀ ਕਰਨਾ ਪੈਣਾ? ਬਦਲਣਾ ਪੈਣਾ, ਆਪਣਾ ਮਨ ਫਿਰਾਉਣਾ ਪੈਣਾ, ਬਪਤਿਸਮਾ ਲੈਣਾ ਪੈਣਾ, ਪਵਿੱਤਰ ਆਤਮਾ ਦਾ ਕੀ ਪਾਉਣਾ ਪੈਣਾ? ਜਿੱਦਣ ਪਵਿੱਤਰ ਆਤਮਾ ਦਾ ਦਾਨ ਪਾ ਲਿਆ, ਤੁਹਾਡੀ ਪਰਮੇਸ਼ਰ ਦੇ ਨਾਲ ਕੀ ਹੋ ਗਈ? ਸੰਗਤੀ ਹੋ ਗਈ। ਪਵਿੱਤਰ ਆਤਮਾ ਕੀ ਹੈ? ਪਵਿੱਤਰ ਆਤਮਾ ਪਰਮੇਸ਼ਰ ਹੀ ਤੇ ਹੈ। ਉਹ ਪਵਿੱਤਰ ਆਤਮਾ ਦਾ ਦਾਨ ਪਾਉਣ ਦਾ ਮਤਲਬ, ਜੋ ਹੈਕਲ ਦਾ ਪਰਦਾ ਉੱਪਰ ਤੋਂ ਲੈ ਕੇ ਥੱਲੇ ਤੱਕ ਪਾੜ ਗਿਆ ਸੀ ਨਾ, ਪਰਮੇਸ਼ਰ ਨੇ ਉਸ ਦਿਨ ਦਰਸਾ ਦਿੱਤਾ ਸੀ ਕਿ ਹੁਣ ਇਸ ਪੱਥਰ ਦੀ ਔਰ ਇੱਟਾਂ ਦੀ ਜਾਂ ਕੰਕਰੀਟ ਦੀ ਬਣੀ ਹੈਕਲ ਦੀ ਲੋੜ ਨਹੀਂ, ਹੁਣ ਮੈਨੂੰ ਜਿਉਂਦੀਆਂ ਹੈਕਲਾਂ ਦੀ ਲੋੜ ਆ। ਉਹ ਆ ਇਨਸਾਨ, ਤੂੰ। ਹੁਣ ਪਰਮੇਸ਼ਰ ਉਸ ਹੈਕਲ 'ਚ ਨਹੀਂ ਆ, ਹੁਣ ਪਰਮੇਸ਼ਰ ਕਿੱਥੇ ਆ? ਸਾਡੇ ਇਸ ਦਿਲ ਦੇ ਅੰਦਰ, ਸਾਡੀ ਇਸ ਹੈਕਲ ਦੇ ਵਿੱਚ। ਉਹ ਪਰਮੇਸ਼ਰ ਦਾ ਜਿਹੜਾ ਜੋ ਸਾਡੇ ਨਾਲ ਵਿਛੜ ਗਿਆ ਸੀ, ਜਾਂ ਜਿਹੜੇ ਸਾਡੇ ਪਾਪਾਂ ਦੇ ਕਾਰਨ ਸਾਡੇ ਨਾਲ ਦੂਰੀ ਬਣਾ ਲਈ ਸੀ, ਅੱਜ ਉਹ ਫੇਰ ਸਾਡੇ ਅੰਦਰ ਕੀ ਕਰ ਰਿਹਾ? ਵਸ ਰਿਹਾ। ਆਦਮ ਨਾਲ ਤੇ ਉਹ ਬਾਹਰ ਹੀ ਗੱਲਾਂ ਕਰਦਾ ਸੀ ਨਾ, ਪਰ ਸਾਡੇ ਨਾਲ ਅੰਦਰੋਂ ਬੋਲਦਾ ਹੈ। ਆਦਮ ਦੇ ਨਾਲ ਤੋਂ ਬਾਗ 'ਚ ਰਹਿੰਦਾ ਸੀ ਨਾ, ਸਾਡੇ ਉਹ ਕਿੱਥੇ ਰਹਿੰਦਾ ਹੈ? ਦਿਲ 'ਚ ਰਹਿੰਦਾ ਹੈ। ਤਾਂ ਕਹਿੰਦਾ ਮੈਂ ਤੇਰੇ ਦਿਲ ਦੇ ਦਰਵਾਜ਼ੇ ਤੇ ਕੀ ਕਰਦਾ? ਮੇਰੀ ਆਵਾਜ਼ ਨੂੰ ਸੁਣੋ। ਤੇ ਜਿਹੜਾ ਕੋਈ ਮੇਰੀ ਆਵਾਜ਼ ਨੂੰ ਸੁਣਦਾ ਹੈ, ਉਹ ਆਵਾਜ਼ ਨੂੰ ਸੁਣ ਕੇ ਕੀ ਨਾ ਕਰੇ? ਢਿੱਲ ਨਾ ਕਰੇ, ਸ਼ਤਾਬੀ ਦੇ ਨਾਲ ਜਾਂ ਦਲੇਰੀ ਦੇ ਨਾਲ ਜਾਂ ਛੇਤੀ ਦੇ ਨਾਲ ਕੀ ਖੋਲੇ? ਬੂਹਾ ਖੋਲੇ। ਇੱਕ ਛੇਤੀ ਦੀ ਗੱਲ ਯਾਦ ਆਉਂਦੀ ਜਦੋਂ ਆਪਾਂ ਤੇਜ਼ੀ ਦੀ ਗੱਲ ਕਰਦੇ ਆ। ਜਦੋਂ ਪ੍ਰਭੂ ਯਿਸੂ ਮਸੀਹ ਨੇ ਜੱਕੀ ਨੂੰ ਆਵਾਜ਼ ਮਾਰੀ ਹੈ, ਲਿਖਿਆ ਜੱਕੀ ਕੀ ਕਰ? ਛੇਤੀ ਉਤਰਿਆ। ਤੇ ਲਿਖਿਆ ਜੱਕੀ ਵੀ ਕੀ ਕੀਤਾ? ਛੇਤੀ ਉਤਰਿਆ। ਪ੍ਰਭੂ ਯਿਸੂ ਮਸੀਹ ਕਈ ਵਾਰ ਸਾਨੂੰ ਆਵਾਜ਼ ਦਿੰਦੇ ਨੇ, ਪਰ ਅਸੀਂ ਉਹਦੀਆਂ ਆਵਾਜ਼ਾਂ ਨੂੰ ਸੁਣਦੇ ਤੇ ਹਾਂ, ਪਰ ਉਹਦੀ ਆਵਾਜ਼ ਨੂੰ ਮੰਨਣ ਵਿੱਚ ਕੀ ਕਰਦੇ ਆ? ਦੇਰੀ ਕਰਦੇ ਆ। ਤੇ ਜੱਕੀ ਨੇ ਕੀ ਨਹੀਂ ਕੀਤੀ? ਦੇਰੀ ਨਹੀਂ ਕੀਤੀ। ਤੁਸੀਂ ਅੱਗੇ ਜਾਣਦੇ ਕੀ ਹੋਇਆ? ਲਿਖਿਆ ਉਹ ਉਹਦੇ ਕੀ ਕੀਤਾ? ਕਰ ਗਿਆ। ਉਹਦੇ ਨਾਲ ਕੀ ਕੀਤਾ? ਉਹਨੇ ਖਾਣਾ ਖਾਧਾ ਨਾ। ਇਹ ਸਾਨੂੰ ਕਹਿੰਦਾ ਨਾ, ਜੇਕਰ ਤੁਸੀਂ ਮੇਰੀ ਆਵਾਜ਼ ਨੂੰ ਸੁਣਦੇ ਤਾਂ ਕੀ ਨਾ ਕਰੋ? ਆਪਣੇ ਦਿਲਾਂ ਨੂੰ ਕਠੋਰ ਨਾ ਕਰੋ। ਆਪਣੇ ਦਿਲ ਦੇ ਦਰਵਾਜ਼ੇ ਨੂੰ ਖੋਲੋ। ਮੈਂ ਤੁਹਾਡੇ ਦਿਲ ਅੰਦਰ ਆਉਣਾ ਚਾਹੁੰਦਾ ਔਰ ਤੁਹਾਡੇ ਨਾਲ ਕੀ ਕਰਨਾ ਚਾਹੁੰਦਾ? ਉਹ ਖਾਣਾ ਕਿਹੜਾ ਹੈ? ਇਹ ਪਰਮੇਸ਼ਰ ਦਾ ਵਚਨ ਹੀ ਹੈ। ਕਹਿੰਦਾ ਮੈਂ ਤੁਹਾਨੂੰ ਖਵਾਉਂਗਾ, ਮੈਂ ਆਪਣਾ ਵਚਨ ਤੁਹਾਨੂੰ ਕੀ ਕਰਾਂਗਾ? ਖਵਾਉਂਗਾ। ਤੁਹਾਨੂੰ ਆਪਣਾ ਵਚਨ ਦੇ ਕੇ ਵੱਡਿਆ ਕਰਾਂਗਾ। ਹਾਲੇਲੂਇਆ। ਇਹ ਉਹਦੀ ਸੰਗਤੀ ਦੇ ਫਾਇਦੇ। ਜਿਹੜੀ ਸੰਗਤੀ ਟੁੱਟ ਗਈ ਸੀ, ਪਰਮੇਸ਼ਰ ਨੇ ਫੇਰ ਉਸ ਸੰਗਤੀ ਨੂੰ ਸਾਡੇ ਲਈ ਕੀ ਕੀਤਾ ਆ? ਬਹਾਲ ਕੀਤਾ। ਤੀਸਰਾ ਨੁਕਸਾਨ, ਉਹਦਾ ਲਿਬਾਸ ਗਵਾਚ ਗਿਆ ਸੀ, ਉਹ ਨੰਗਾ ਹੋ ਗਿਆ ਸੀ। ਕਹਿੰਦਾ ਮੈਂ ਪਰਮੇਸ਼ਰ ਤੇਰੇ ਅੱਗੇ ਆ ਨਹੀਂ ਸਕਦਾ, ਮੈਂ ਕੀ ਆ? ਨੰਗਾ। ਇਨਸਾਨ
ਜਦ ਤੱਕ ਪ੍ਰਭੂ ਯਿਸੂ ਮਸੀਹ ਨਹੀਂ ਆਇਆ ਆਤਮਿਕ ਤੌਰ ਤੇ ਨੰਗਾ ਹੀ ਰਿਹਾ। ਬੇਸ਼ੱਕ ਪਰਮੇਸ਼ਰ ਦੀ ਕਿਰਪਾ ਰਹੀ ਉਹਦੇ ਤੇ, ਪਰ ਜਿੱਦਣ ਯਿਸੂ ਮਸੀਹ ਆਇਆ, ਯਿਸੂ ਮਸੀਹ ਦੇ ਆਉਣ ਤੋਂ ਬਾਅਦ ਜਿੱਦਣ ਯਿਸੂ ਮਸੀਹ ਨੇ ਸਲੀਬ ਤੇ ਆਪਣੀ ਜਾਨ ਦੇ ਦਿੱਤੀ ਆ, ਉਸ ਤੋਂ ਬਾਅਦ ਪਰਮੇਸ਼ਰ ਨੇ ਇਸ ਨੁਕਸਾਨ ਦਾ ਵੀ, ਇਹ ਨੁਕਸਾਨ ਦੀ ਭਰਪਾਈ ਕਰਨ ਦਾ ਵੀ ਸਾਡੇ ਲਈ ਪੂਰਾ ਇੰਤਜ਼ਾਮ ਕਰ ਦਿੱਤਾ। ਉਹ ਕੀ ਇੰਤਜ਼ਾਮ ਸੀ? ਆइए ਪੜ੍ਹਦੇ ਹਾਂ ਜੀ। ਨੰਗੇ ਹੋਏ ਇਨਸਾਨ ਨੂੰ, ਯਾਦ ਰੱਖੋ ਨੰਗਾ ਕਿਉਂ ਹੋਇਆ। ਇੱਕ ਚੀਜ਼ ਨੂੰ ਯਾਦ ਰੱਖਣਾ, ਜਿੱਦਣ ਤੁਸੀਂ ਪਾਪ ਕਰਦੇ ਹੋ ਨਾ, ਜਾਂ ਜਿੱਦਣ ਤੁਸੀਂ ਗਲਤੀ ਕਰਦੇ ਹੋ, ਇਹ ਪਾਪ ਤੁਹਾਨੂੰ ਨੰਗਾ ਕਰ ਦਿੰਦਾ ਹੈ। ਇਹ ਪਾਪ ਤੁਹਾਡੇ ਜੀਵਨ 'ਚ ਐਸੀ ਇੱਕ ਹਾਲਾਤ ਲੈ ਆਉਂਦਾ ਕਿ ਤੁਸੀਂ ਦੁਬਾਰਾ ਪਰਮੇਸ਼ਰ ਦੇ ਸਨਮੁਖ ਜਾਣ ਦੀ ਹਿੰਮਤ ਨਹੀਂ ਕਰੋਗੇ। ਪਰ ਜਦੋਂ ਤੁਸੀਂ ਇਸ ਪਾਪ ਨੂੰ ਕੱਢੋਗੇ, ਹਰ ਕੋਈ ਆਪਣੇ ਪਾਪਾਂ ਦੀ ਮਾਫੀ ਦੇ ਲਈ ਕੀ ਲਏ? ਬਪਤਿਸਮਾ ਲਏ। ਜਦੋਂ ਤੁਸੀਂ ਆਪਣਾ ਮਨ ਫਿਰਾ ਲਓਗੇ, ਪਵਿੱਤਰ ਆਤਮਾ ਤੁਹਾਡੇ ਅੰਦਰ ਆਏਗਾ, ਤੇ ਜਦੋਂ ਪਵਿੱਤਰ ਆਤਮਾ ਤੁਹਾਡੇ ਅੰਦਰ ਆਏਗਾ, ਉਹ ਆ ਕੇ ਤੁਹਾਡੇ ਜੀਵਨਾਂ 'ਚ ਕੁਝ ਕੰਮ ਕਰੇਗਾ। ਉਹ ਕਿਹੜੇ ਕੰਮ ਨੇ? ਪੜ੍ਹੀਏ ਜੀ, ਇਫਸੀਆਂ ਦੀ ਪੱਤਰੀ 6 ਬਾਬ ਉਹਦਾ 10 ਵਚਨ ਤੋਂ ਲੈ ਕੇ ਕੁਝ ਵਚਨ ਪੜਾਂਗੇ। ਇਫਸੀਆਂ ਦੀ ਪੱਤਰੀ 6 ਬਾਬ 10 ਵਚਨ ਤੋਂ ਪੜ੍ਹੀਏ। ਮੁੱਖ ਦੀ ਗੱਲ ਪ੍ਰਭੂ ਵਿੱਚ ਅਤੇ ਉਹਦੀ ਸ਼ਕਤੀ ਦੇ ਪਰਾਕਰਮ ਵਿੱਚ ਤਕੜੇ ਹੋਵੋ। ਹੁਣ ਇੱਥੇ ਪਰਮੇਸ਼ਰ ਦੇ ਵਚਨ ਨੇ ਗੱਲ ਸ਼ੁਰੂ ਕਿੱਥੋਂ ਕੀਤੀ ਹੈ? ਕਹਿੰਦਾ ਮੁੱਖ ਦੀ ਗੱਲ ਪ੍ਰਭੂ ਵਿੱਚ ਤੇ ਪ੍ਰਭੂ ਦੀ ਸ਼ਕਤੀ ਦੇ ਪਰਾਕਰਮ ਵਿੱਚ ਕੀ ਹੋ? ਤਕੜੇ ਹੋਵੋ। ਸ਼ੈਤਾਨ ਨੇ ਸੁੱਟ ਦਿੱਤਾ ਸੀ ਨਾ, ਕਹਿੰਦਾ ਸ਼ੈਤਾਨ ਨੇ ਨੰਗਾ ਕਰ ਦਿੱਤਾ ਨਾ। ਪਰ ਹੁਣ ਮੈਂ ਤੁਹਾਨੂੰ ਇੱਕ ਗੱਲ ਕਹਿਣਾ, ਮੁੱਖ ਦੀ ਗੱਲ, ਇਹਨੂੰ ਹਿੰਦੀ 'ਚ ਕੀ ਲਿਖਿਆ? ਹਿੰਦੀ 'ਚ ਸ਼ੁਰੂਆਤ ਕਿਸ ਤਰ੍ਹਾਂ ਕੀਤੀ? इसलिए प्रभु में ਕਹਿੰਦਾ ਹੁਣ ਇਸ ਲਈ ਤੁਸੀਂ ਪਰਮੇਸ਼ਰ ਵਿੱਚ, ਹਾਂ ਪੜੋ ਪੰਜਾਬੀ 'ਚ। ਮੁੱਖ ਦੀ ਗੱਲ ਪ੍ਰਭੂ ਵਿੱਚ ਹਾਂ। ਅਤੇ ਉਹਦੀ ਸ਼ਕਤੀ ਦੇ ਪਰਾਕਰਮ ਵਿੱਚ ਤਕੜੇ ਹੋਵੋ। ਉਹਦੀ ਸ਼ਕਤੀ ਦੇ ਪਰਾਕਰਮ 'ਚ ਕੀ ਹੋ ਜਾਵੋ? ਹੁਣ ਤਕੜੇ ਹੋ ਜਾਓ। ਪ੍ਰਭੂ 'ਚ ਤੇ ਪ੍ਰਭੂ ਦੀ ਸ਼ਕਤੀ ਦੇ ਪਰਾਕਰਮ ਦੇ ਵਿੱਚ ਤਕੜੇ ਹੋ ਜਾਵੋ। ਹਾਂ, ਪਰਮੇਸ਼ਵਰ ਦੇ ਸਾਰੇ ਸ਼ਸਤਰ ਬਸਤਰ ਹੁਣ ਧਾਰੋ। ਪਰਮੇਸ਼ਰ ਜਦੋਂ ਤੁਸੀਂ ਤਕੜੇ ਹੋ ਜਾਓਗੇ ਨਾ, ਦੀ ਪ੍ਰਭੂ ਦੇ ਵਿੱਚ ਤੇ ਪ੍ਰਭੂ ਦੀ ਸ਼ਕਤੀ ਦੇ ਪਰਾਕਰਮ ਵਿੱਚ ਤੁਸੀਂ ਤਕੜੇ ਹੋ ਜਾਓਗੇ, ਤੇ ਪਰਮੇਸ਼ਰ ਆਪਣੇ ਸਾਰੇ ਸ਼ਸਤਰ ਬਸਤਰ ਤੁਹਾਨੂੰ ਕੀ ਕਰੇਗਾ? ਦੇਵੇਗਾ। ਹਾਂ, ਕਹਿੰਦਾ ਉਹਦੇ ਸਾਰੇ ਸ਼ਸਤਰ ਬਸਤਰ ਕੀ ਕਰ ਲਵੋ? ਧਾਰੋ। ਹਾਂ, ਤਾਂ ਜੋ ਤੁਸੀਂ ਸ਼ੈਤਾਨ ਦੇ ਛਲ ਛਰਿੰਦਾ ਦੇ ਸਾਹਮਣੇ ਤਾਂ ਜੋ ਤੁਸੀਂ ਸ਼ੈਤਾਨ ਦੇ ਛਲ ਛਰਿੰਦਾਂ ਦੇ ਸਾਹਮਣੇ ਖਲੋ ਸਕੋ। ਖਲੋ ਸਕੋ। ਹੁਣ ਇਹ ਜਿਹੜੇ ਬਸਤਰ ਪਰਮੇਸ਼ਰ ਸਾਨੂੰ ਹੁਣ ਪਹਿਨਾਏਗਾ ਨਾ, ਆਦਮ ਕੀ ਹੋ ਗਿਆ ਸੀ? ਪਰ ਹੁਣ ਪਰਮੇਸ਼ਰ ਨੇ ਸਾਡੇ ਵਾਸਤੇ ਕੁਝ ਐਸੇ ਜਲਾਲੀ ਔਰ ਵਧੀਆ ਬਸਤਰਾਂ ਦਾ ਇੰਤਜ਼ਾਮ ਕੀਤਾ ਨਾ, ਕਹਿੰਦਾ ਹੁਣ ਇਹ ਬਸਤਰ ਐਸੇ ਨੇ ਕਿ ਤੁਸੀਂ ਸ਼ੈਤਾਨ ਦੇ ਸਾਰੇ ਛਲ ਛਰਿੰਦਾਂ ਦੇ ਸਾਹਮਣੇ ਖਲੋ ਸਕੋਗੇ ਜੇ ਤੁਸੀਂ ਪਹਿਨ ਲਏ ਤੇ। ਪਰ ਆਦਮ ਕੀ ਹੋ ਗਿਆ ਸੀ? ਆਦਮ ਡਿੱਗ ਗਿਆ ਸੀ। ਆਦਮ ਡਿੱਗਾ, ਪਰ ਹੁਣ ਪਰਮੇਸ਼ਰ ਨੂੰ ਪਤਾ ਆ, ਹੁਣ ਐਸੇ ਆਦਮ ਖੜੇ ਹੋਣਗੇ ਜਿਹੜੇ ਹੁਣ ਦੁਬਾਰਾ ਡਿੱਗਣਗੇ ਨਹੀਂ, ਪਰ ਤਦੇ ਹੀ ਜੇਕਰ ਇਹ ਵਸਤਰਾਂ ਨੂੰ ਕੀ ਕਰ ਲੈਣਗੇ? ਪਾ ਲੈਣਗੇ। ਪਾਏਗਾ ਵੀ ਉਹ ਜਿਹੜਾ ਉਹਦੀ ਸ਼ਕਤੀ ਤੇ ਪਰਾਕਰਮ ਚ ਕੀ ਹੋਵੇਗਾ? ਤਕੜਾ ਹੋਵੇਗਾ। ਉਹੀ ਇਹਨਾਂ ਵਸਤਰਾਂ ਨੂੰ ਅੱਛੇ ਤਰੀਕੇ ਨਾਲ ਪਹਿਨ ਸਕੇਗਾ, ਉਹੀ ਇਹਨਾਂ ਵਸਤਰਾਂ ਨੂੰ ਪਾ ਸਕੇਗਾ। ਇਹ ਵਸਤਰ ਯਾਦ ਰੱਖੋ, ਹੁਣ ਜਿਹੜੇ ਪਰਮੇਸ਼ਰ ਤੁਹਾਨੂੰ ਵਸਤਰ ਪਹਿਨਾਉਣ ਲਈ ਜਾ ਰਿਹਾ ਆ, ਇਹ ਵਸਤਰ ਐਸੇ ਨੇ ਕਿ ਤੁਸੀਂ ਸ਼ੈਤਾਨ ਦੇ ਛਲ ਛਰਿੰਦਾਂ ਦਾ ਸਾਹਮਣਾ ਵੀ ਕਰੋਗੇ, ਉਹਦਾ ਕੋਈ ਦਾਅ ਵੀ ਨਹੀਂ ਚੱਲੇਗਾ। ਤੁਸੀਂ ਉਹਦਾ ਛਲ ਛਰਿੰਦਾਂ ਦਾ ਸਾਹਮਣਾ ਕਰਕੇ ਕੀ ਕਰ ਸਕੋਗੇ? ਪੜੋ ਦੁਬਾਰਾ ਜਰਾ ਇਸ ਵਚਨ, ਇਹੀ ਲਾਈਨ ਨੂੰ। ਪਰਮੇਸ਼ਵਰ ਦੇ ਸਾਰੇ ਸ਼ਸਤਰ ਬਸਤਰ ਧਾਰੋ। ਪਰਮੇਸ਼ਰ ਦੇ ਸਾਰੇ ਜਿੰਨੇ ਵੀ ਹੁਣ ਆਪਾਂ ਪੜਾਂਗੇ ਅੱਗੇ, ਉਹ ਸਾਰੇ ਹੀ ਚਾਹੀਦੇ ਨੇ, ਉਹਨਾਂ ਚੋਂ ਕੋਈ ਇੱਕ ਵੀ ਘੱਟ ਨਹੀਂ ਹੋਣਾ ਚਾਹੀਦਾ। ਯਾਦ ਰੱਖੋ, ਜਿੰਨੇ ਵੀ ਬਸਤਰ ਅੱਗੇ ਲਿਖੇ ਨੇ, ਉਹ ਸਾਰੇ ਲਿਖੇ ਸਾਰੇ ਹੀ ਪਹਿਨਣੇ ਨੇ। ਥੋੜਾ ਜਿਹਾ ਮੈਂ ਦੱਸਣਾ, ਸਭ ਤੋਂ ਪਹਿਲਾਂ ਆਉਂਦੀ ਆ ਸਚਾਈ ਦੀ ਕਮਰਕਸ, ਫਿਰ ਆਉਂਦੀ ਆ ਧਰਮ ਦੀ ਸੰਜੋਗ, ਫਿਰ ਆਉਂਦਾ ਮਿਲਾਪ ਦੀ, ਮੇਲ ਮਿਲਾਪ ਦੀ, ਖੁਸ਼ਖਬਰੀ ਦੀ ਤਿਆਰੀ ਦੀ ਜੁੱਤੀ, ਫਿਰ ਆ ਜਾਂਦੀ ਆ ਨਿਹਚਾ ਦੀ ਢਾਲ, ਫਿਰ ਅੱਗੇ ਕੀ ਆਉਂਦਾ? ਮੁਕਤੀ ਦਾ ਟੋ, ਫਿਰ ਅੱਗੇ ਆਤਮਾ ਦੀ ਤਲਵਾਰ। ਇਹ ਸਾਰੀਆਂ ਚੀਜ਼ਾਂ ਹੀ ਹੋਣੀਆਂ ਚਾਹੀਦੀਆਂ ਨੇ। ਤੁਸੀਂ ਇਹ ਨਾ ਕਹੋ ਕਿ ਆਪਾਂ ਸਾਡੇ ਹੱਥ 'ਚ ਤਲਵਾਰ ਆ ਗਈ, ਆਪਾਂ ਵਚਨ ਜਾਣਦੇ ਆ, ਅਸੀਂ ਵਚਨ ਲੈ ਲਿਆ ਤੇ ਅਸੀਂ ਉਹ ਲੜ ਰਹਾਂਗੇ। ਯਾਦ ਰੱਖੋ, ਇਹਨਾਂ ਸਾਰੇ ਸ਼ਸਤਰਾਂ ਬਸਤਰਾਂ ਦੇ ਵਿੱਚ ਸਿਰਫ ਸ਼ਸਤਰ ਇੱਕ ਹੀ ਆ, ਬਾਕੀ ਸਾਰੇ ਬਸਤਰ ਨੇ। ਮੁਕਤੀ ਦਾ ਟੋਪ ਵੀ ਕੀ ਆ? ਬਸਤਰ ਆ। ਸੰਜੋਗ ਵੀ ਕੀ ਆ? ਬਸਤਰ ਆ। ਮੇਲ ਮਿਲਾਪ ਦੀ ਤਿਆਰੀ ਦੀ ਜੁੱਤੀ ਵੀ ਕੀ ਆ? ਬਸਤਰ ਆ। ਸਚਾਈ ਦੀ ਬੈਲਟ ਵੀ ਕੀ ਆ?
ਸਿਰਫ ਸ਼ਸਤਰ ਕਿੰਨਾ ਹੈ? ਇੱਕ ਹੀ ਹੈ। ਢਾਲ ਸ਼ਸਤਰ ਨਹੀਂ ਹੈ, ਢਾਲ ਬਚਾਉਣ ਵਾਲੀ ਹੈ। ਇਸ ਕਾਰਨ ਮੇਰੇ ਪਿਆਰਿਓ, ਵਚਨ ਜਦੋਂ ਤੁਸੀਂ ਸੁਣਦੇ ਹੋ, ਵਚਨਾਂ ਦੇ ਨਾਲ ਨਾਲ ਵਚਨਾਂ ਤੇ ਚੱਲ ਕੇ ਉਹਨਾਂ ਵਚਨਾਂ ਨੂੰ ਪੂਰਿਆ ਵੀ ਕਰਨਾ। ਵਚਨ ਦੀ ਤਲਵਾਰ ਨਾਲ ਸ਼ੈਤਾਨ ਨਾਲ ਹੀ ਲੜਨਾ ਆ, ਪਰ ਤਲਵਾਰ ਪਾਉਣ ਤੋਂ ਪਹਿਲਾਂ ਇਨਸਾਨ ਬਸਤਰ ਪਾਉਂਦਾ ਆ। ਹੁਣ ਸਾਡੇ 'ਚ ਫੌਜੀ ਸਾਹਿਬ ਬੈਠੇ ਨੇ, ਤੁਸੀਂ ਪਹਿਲਾਂ ਹਥਿਆਰ ਫੜਦੇ ਹੋ? ਨਹੀਂ, ਪਹਿਲਾਂ ਤਿਆਰੀ ਕਰੀਦੀ ਪੂਰੇ। ਕੀ ਤਿਆਰੀ ਕੀ ਹੁੰਦੀ ਹੈ? ਪੂਰਾ ਡਰੈਸ ਅਪ ਕਰਨਾ। ਡਰੈਸ ਪਾ ਇਸ ਕਰ ਅੱਜ ਸਾਡੇ 'ਚ ਪ੍ਰੋਬਲਮ ਕੀ ਹੈ? ਅਸੀਂ ਥੋੜਾ ਜਿਹਾ ਵਚਨ ਸੁਣਿਆ, ਉਸ ਵਚਨ ਦੀ ਅਸੀਂ ਭਾਵਨਾ 'ਚ ਫਸੇ। ਥੋੜਾ ਜਿਹਾ ਵਚਨ ਨੇ ਸਾਨੂੰ ਪ੍ਰੇਰਿਤ, ਵਚਨ ਸਾਰਿਆਂ ਨੂੰ ਪ੍ਰੇਰਿਤ ਕਰਦਾ, ਪਰ ਆਪਣੇ ਵੱਲ ਨਹੀਂ ਵੇਖਿਆ। ਅਸੀਂ ਸ਼ੈਤਾਨ ਨਾਲ ਲੜਨ ਨਿਕਲ ਪਏ, ਪਰ ਸ਼ੈਤਾਨ ਦੇ ਐਸੇ ਤੀਰ ਆਏ, ਐਸਾ ਸ਼ੈਤਾਨ ਨੇ ਜ਼ਖਮੀ ਕੀਤਾ, ਅੱਜ ਤੱਕ ਨਹੀਂ ਉੱਠੇ। ਕਿਉਂ? ਕਿਉਂਕਿ ਕੀ ਨਹੀਂ ਸੀ ਪਾਏ? ਬਸਤਰ ਨਹੀਂ ਸੀ ਪਾਏ। ਮੁਕਤੀ ਦਾ ਰੂਪ ਸਾਡੇ ਦਿਮਾਗ ਦੇ ਲਈ ਆ। ਸ਼ੈਤਾਨ ਸਾਡੇ ਦਿਮਾਗ ਤੇ ਹਮਲਾ ਨਾ ਕਰੇ। ਧਰਮ ਦੀ ਸੰਜੋ ਸਾਡੇ ਦਿਲ ਦੀ ਲਈ ਆ। ਲਿਖਿਆ ਆਪਣੇ ਦਿਲ ਦੀ ਕੀ ਕਰ? ਰੱਖਿਆ ਕਰ। ਢਾਲ ਵੀ ਆ, ਪਰ ਅੱਜ ਹੌਲੀ ਹੌਲੀ ਆਸਤਾ ਆਸਤਾ ਅਸੀਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਾਂਗੇ। ਪਰਮੇਸ਼ਰ ਨੇ ਇੱਕ ਡਿੱਗੇ ਹੋਏ ਇਨਸਾਨ ਨੂੰ ਦੁਬਾਰਾ ਫੇਰ ਕੇ ਦਿੱਤੀ। ਕਹਿੰਦਾ ਉੱਠ, ਹੁਣ ਪ੍ਰਭੂ 'ਚ ਤੇ ਪ੍ਰਭੂ ਦੀ ਸ਼ਕਤੀ ਦੇ ਪਰਾਕਰਮ 'ਚ ਕੀ ਬਣ? ਤਗੜਾ ਬਣ। ਜਿਹੜਾ ਇਨਸਾਨ ਡਿੱਗ ਗਿਆ ਸੀ, ਜਿਹੜਾ ਇਨਸਾਨ ਪਾਪ ਦੇ ਵਿੱਚ ਡਿੱਗ ਗਿਆ ਸੀ, ਉਹਨੂੰ ਪਰਮੇਸ਼ਰ ਹੌਸਲਾ ਦੇ ਰਿਹਾ। ਕਹਿੰਦਾ ਉੱਠ, ਮੁੱਕ ਦੀ ਗੱਲ, ਪ੍ਰਭੂ 'ਚ ਤੇ ਪ੍ਰਭੂ ਦੀ ਸ਼ਕਤੀ ਦੇ ਪਰਾਕਰਮ 'ਚ ਕੀ ਹੋ ਜਾ ਹੁਣ? ਤਕੜਾ। ਤੇ ਹੁਣ ਤੂੰ ਉਹਦੇ ਸਾਰੇ ਸ਼ਸਤਰ ਬਸਤਰ ਕੀ ਕਰ ਲੈ? ਪਹਿਨ ਲੈ। ਹਾਂ ਪੜੋ। ਤਾਂ ਜੋ ਸ਼ੈਤਾਨ ਦੇ ਛਲ ਛਰਿੰਦਾਂ ਇਹ ਸ਼ਸਤਰ ਬਸਤਰ ਤਾਂ ਆ ਕਿ ਤਾਂ ਜੋ ਸ਼ੈਤਾਨ ਦੇ ਸਾਰੇ ਛਲ ਸ਼ਰਿੰਦਾਂ ਦੇ ਸਾਹਮਣੇ ਖਲੋ ਸਕੋ। ਕੀ ਕਰ ਸਕੋ? ਖਲੋ ਸਕੋ। ਕਿਉਂਕਿ ਤੁਸੀਂ ਆਤਮਾ ਦੀ ਤਲਵਾਰ ਫੜੀ ਹੈ, ਠੀਕ ਹੈ, ਪਰ ਸ਼ੈਤਾਨ ਦੇ ਛਲ ਸ਼ਰਿੰਦ ਵੀ ਜਾਣਨੇ ਨੇ। ਉਹ ਜੇ ਆਪਣੇ ਛਲਾਂ ਦੇ ਦੁਆਰਾ ਆਏਗਾ। ਹੁਣ ਆਦਮ ਤੇ ਹਵਾ ਦੇ ਕੋਲ ਕਿਸ ਤਰ੍ਹਾਂ ਆਇਆ? ਕਿ ਉਹ ਲੜਨ ਲਈ ਆਇਆ? ਲੜਾਈ ਤੇ ਬਾਅਦ 'ਚ ਆ, ਪਹਿਲਾਂ ਉਹਦੇ ਛਲਾਂ ਤੋਂ, ਉਹਦੀ ਯੁਕਤੀਆਂ ਤੋਂ। ਦੇਖਿਆ, ਉਹਦੀਆਂ ਯੁਕਤੀਆਂ ਤੋਂ ਅਣਜਾਣ ਨਾ ਰਹੋ, ਕਿਤੇ ਇਹ ਨਾ ਹੋਏ ਕਿ ਸ਼ੈਤਾਨ ਤੁਹਾਡੇ ਤੇ ਕੀ ਕਰ ਜਾਵੇ? ਹੱਥ ਹੀ ਪਾ ਜਾਵੇ। ਆਦਮ ਔਰ ਹਵਾ ਦੇ ਕੋਲ ਸ਼ੈਤਾਨ ਬੜੇ ਪਿਆਰ ਦੇ ਨਾਲ ਆਇਆ, ਆਪਣੀ ਯੁਕਤੀਆਂ ਲੈ ਕੇ, ਆਪਣੇ ਛਲ ਲੈ ਕੇ, ਆਪਣੀਆਂ ਚਾਲਾਂ ਲੈ ਕੇ, ਆਪਣੀ ਚਾਲ ਦੇ ਵਿੱਚ ਉਹਨਾਂ ਨੂੰ ਫਸਾਇਆ। ਇਸ ਤਰ੍ਹਾਂ ਪਰਮੇਸ਼ਰ ਕਹਿੰਦਾ ਤੁਸੀਂ ਵੀ ਸਭ ਤੋਂ ਪਹਿਲਾਂ ਪ੍ਰਭੂ 'ਚ ਤੇ ਪ੍ਰਭੂ ਦੀ ਸ਼ਕਤੀ ਦੇ ਪਰਾਕਰਮ 'ਚ ਤਕੜੇ ਹੋ। ਉਹਦੇ ਸਾਰੇ ਸ਼ਸਤਰ ਬਸਤਰ ਕੀ ਕਰ ਲਓ? ਪਹਿਨ ਲਓ, ਤਾਂ ਕਿ ਤੁਸੀਂ ਸ਼ੈਤਾਨ ਦੇ ਸਾਰੇ ਛਲ ਸ਼ਰਿੰਦਾਂ ਦੇ ਸਾਹਮਣੇ ਕੀ ਕਰ ਸਕੋ? ਖਲੋ ਸਕੋ। ਆਦਮ ਹਵਾ ਦੇ ਖਿਲਾਫ ਸ਼ੈਤਾਨ ਦੇ ਛਲ ਸ਼ਰਿੰਦ ਆਏ, ਆਦਮ ਔਰ ਹਵਾ ਨਹੀਂ ਖਲੋ ਸਕੇ, ਉਹ ਡਿੱਗ ਗਏ। ਪਰ ਹੁਣ ਸਾਡੇ ਲਈ ਪਰਮੇਸ਼ਰ ਨੇ ਇੱਕ ਨਵਾਂ ਰਸਤਾ, ਇੱਕ ਨਵਾਂ ਰਾਹ ਖੋਲ ਕੇ ਦਿੱਤਾ ਆ। ਹੁਣ ਤੁਹਾਨੂੰ ਮੈਂ ਡਿੱਗਣ ਨਹੀਂ ਦੇਵਾਂਗਾ, ਹੁਣ ਤੁਹਾਨੂੰ ਐਸੇ ਬਸਤਰ ਪਹਿਨਾਵਾਂਗਾ, ਤੁਸੀਂ ਸ਼ੈਤਾਨ ਦੇ ਸਾਰੇ ਛਲ ਸ਼ਰਿੰਦਾਂ ਦੇ ਸਾਹਮਣੇ ਕੀ ਕਰ ਸਕੋਗੇ? ਖਲੋ ਸਕੋਗੇ। ਹਾਲੇਲੂਇਆ, ਹਾਲੇਲੂਇਆ। ਇੱਥੇ ਬੈਠੇ ਵੀ ਜੋ ਸੁਣ ਰਹੇ ਹੋ, ਜੋ ਬਾਅਦ ਚ ਸੁਣਨਗੇ YouTube ਜਾਂ Facebook ਦੇ ਦੁਆਰਾ, ਪਰਮੇਸ਼ਰ ਸਾਰਿਆਂ ਨੂੰ ਪਿਆਰ ਕਰਦਾ ਹੈ। ਪਰਮੇਸ਼ਰ ਇੱਕ ਨੂੰ, ਇੱਕ ਇਨਸਾਨ ਨੂੰ ਆਪਣੇ ਇਹ ਬਸਤਰ ਕੀ ਕਰਨਾ ਚਾਹੁੰਦਾ ਆ? ਦੇਣਾ ਚਾਹੁੰਦਾ। ਉਹਦੇ ਸਾਰੇ ਸ਼ਸਤਰ ਤੇ ਬਸਤਰ ਲੈ ਲਓ ਤੇ ਸ਼ੈਤਾਨ ਦੇ ਛਲ ਸ਼ਰਿੰਦਾਂ ਸਾਹਮਣੇ ਕੀ ਕਰੋਗੇ? ਤੁਸੀਂ ਖਲੋ ਸਕੋ। ਹਾਂ ਅੱਗੇ। ਕਿਉਂ ਜੋ ਸਾਡੀ ਲੜਾਈ ਲਹੂ ਅਤੇ ਮਾਸ ਨਾਲ ਹੁਣ ਨਹੀਂ, ਸਾਡੀ ਲੜਾਈ ਲਹੂ ਤੇ ਮਾਸ ਨਾਲ ਨਹੀਂ। ਹਾਂ, ਸਗੋਂ ਹਕੂਮਤਾਂ, ਹਾਂ, ਇਖਤਿਆਰਾਂ ਅਤੇ ਇਸ ਅੰਧਕੋਰ ਦੇ ਹੁਣ ਤੁਸੀਂ ਸੋਚ ਲਓ ਸਾਡੀ ਲੜਾਈ ਕਿਹਦੇ ਨਾਲ ਆ? ਸ਼ੈਤਾਨ ਦੇ ਨਾਲ ਲੜਾਈ ਆ, ਔਰ ਸ਼ੈਤਾਨ ਦੀ ਆਤਮਿਕ ਸੈਨਾ ਦੇ ਨਾਲ ਲੜਾਈ ਆ। ਉਹ ਆ ਹਕੂਮਤਾਂ, ਇਖਤਿਆਰਾਂ, ਹਾਂ, ਇਸ ਅੰਧਕੋਰ ਦੇ ਮਹਾਰਾਜਾ, ਇਸ ਅੰਧਕੋਰ ਦੇ ਮਹਾਰਾਜਿਆਂ ਅਤੇ ਦੁਸ਼ਟ ਆਤਮਿਆਂ ਨਾਲ ਹੁੰਦੀ ਹੈ, ਔਰ ਦੁਸ਼ਟ ਆਤਮਿਆਂ ਨਾਲ ਹੁੰਦੀ ਹੈ, ਜੋ ਸਵਰਗੀ ਥਾਵਾਂ ਵਿੱਚ ਜੋ ਹਨ। ਸਵਰਗੀ ਥਾਵਾਂ 'ਚ। ऐसे गंभीर, ऐसे अदृश और ऐसे अधिकार पाए शैतान दे ए झुंड ने ਜਾਂ शैतान ਦਾ ਇਹ ਨੈਟਵਰਕ ਆ, ਜਿਨ੍ਹਾਂ ਦੇ ਨਾਲ ਸਾਡੀ ਕੀ ਹੋਣੀ ਆ? ਲੜਾਈ ਹੋਣੀ ਆ। ਇਹਨਾਂ ਦੇ ਲਈ ਫਿਰ ਤੁਹਾਨੂੰ ਪੂਰੇ ਸ਼ਸਤਰ ਬਸਤਰ ਪਹਿਨਣੇ ਕੀ ਆ? ਜ਼ਰੂਰੀ ਆ। ਜੇ ਇੱਕ ਵੀ ਘੱਟ ਹੋਇਆ, ਸ਼ੈਤਾਨ ਉੱਥੇ ਹਮਲਾ ਕਰੇਗਾ। ਜੇ ਮੁਕਤੀ ਦਾ ਟੋਪ ਨਹੀਂ ਹੋਇਆ, ਸ਼ੈਤਾਨ ਤੁਹਾਡੇ ਸਿਰ ਨੂੰ ਫੜੇਗਾ, ਤੁਹਾਡੇ ਦਿਮਾਗ ਨੂੰ ਘੁਮਾਏਗਾ, ਤੁਹਾਡੀਆਂ ਸੋਚ ਭਾਵਨਾਵਾਂ 'ਚ ਆ ਕੇ ਕੰਮ ਕਰੇਗਾ। ਜੇ ਧਰਮ ਦੀ ਸੰਜੋ ਨਾ ਹੋਈ ਤੇ ਸ਼ੈਤਾਨ ਤੁਹਾਡੇ ਦਿਲ ਤੇ ਹਮਲਾ ਕਰੇਗਾ। ਜੇ ਮੁਕਤੀ ਦੀ ਢਾਲ ਨਹੀਂ ਹੋਈ, ਫਿਰ ਤੁਸੀਂ ਖਤਮ ਹੋ।
ਉਹਦੇ ਨਾਲ ਪਰਮੇਸ਼ਰ ਦੇ ਵਚਨਾਂ ਦੀ ਕੀ ਹੋਣੀ ਚਾਹੀਦੀ ਆ? ਤਲਵਾਰ ਵੀ ਹੋਣੀ ਚਾਹੀਦੀ। ਪੜੋ। ਇਸ ਕਾਰਨ ਤੁਸੀਂ ਪਰਮੇਸ਼ਵਰ ਦੇ ਸਾਰੇ ਸ਼ਸਤਰ ਬਸਤਰ ਲੈ ਲਓ। ਫੇਰ ਦੁਬਾਰਾ ਲਿਖਿਆ, ਕਹਿੰਦਾ ਇਸ ਕਾਰਨ ਪਹਿਲਾਂ ਲਿਖਿਆ ਤੁਸੀਂ ਪਹਿਨ ਲਓ, ਹੁਣ ਕੀ ਲਿਖਿਆ? ਲੈ ਲਓ ਭਾਈ। ਹਾਂ ਭਈ ਤੁਸੀਂ ਬੁਰੇ ਦਿਨ ਵਿੱਚ ਸਾਹਮਣਾ ਕਰਕੇ ਭਾਈ ਤੁਸੀਂ ਬੁਰੇ ਦਿਨ ਵਿੱਚ ਸਾਹਮਣਾ ਕਰਕੇ ਸਾਹਮਣਾ ਕਰ ਸਕੋ ਅਤੇ ਸਭੋ ਕੁਝ ਮੁਕਾ ਕੇ ਖਲੋ ਸਕੋ। ਹਾਲੇਲੂਇਆ। ਹਾਲੇਲੂਇਆ। ਕਹਿੰਦਾ ਜਦੋਂ ਬੁਰੇ ਦਿਨ ਹੋ, ਜਦੋਂ ਸ਼ੈਤਾਨ ਤੁਹਾਡੇ ਖਿਲਾਫ ਆਵੇ, ਬੁਰੇ ਦਿਨ ਹੈ ਆ ਬੁਰਾ ਦਿਨ ਨਹੀਂ ਹੈ। ਤੁਸੀਂ ਸੋਚਦੇ ਲਾਕਡਾਊਨ ਬੁਰਾ ਦਿਨ ਹੈ, ਇਹ ਬੁਰਾ ਦਿਨ ਨਹੀਂ ਹੈ। ਤੁਹਾਡੇ ਜੀਵਨ 'ਚ ਬਿਮਾਰੀ ਆਉਣੀ ਬੁਰਾ ਦਿਨ ਨਹੀਂ ਆ। ਤੁਹਾਡੇ ਜੀਵਨ 'ਚ ਕਸ਼ਟ ਸਮੱਸਿਆ ਜਿਹੜੀ ਬੁਰਾ ਦਿਨ ਨਹੀਂ। ਬੁਰਾ ਦਿਨ ਉਹ ਆ ਜਿੱਦਣ ਸ਼ੈਤਾਨ ਆਪਣੇ ਛਲ ਛਿੰਦਾ ਦੇ ਨਾਲ ਤੁਹਾਡਾ ਕੀ ਕਰੇ? ਮੁਕਾਬਲਾ ਕਰੇ। ਉਸ ਸਮੇਂ ਜੇਕਰ ਤੁਸੀਂ ਪਰਮੇਸ਼ਰ ਦੇ ਸਾਰੇ ਸ਼ਸਤਰ ਬਸਤਰ ਧਾਰੇ ਨੇ, ਲੈ ਲਏ ਨੇ, ਤੇ ਤੁਸੀਂ ਫਿਰ ਕੀ ਕਰੋਗੇ? ਪੜੋ। ਸੋ ਭਈ ਤੁਸੀਂ ਬੁਰੇ ਦਿਨ ਵਿੱਚ ਸਾਹਮਣਾ ਕਰ ਫਿਰ ਸਕੋ ਤੁਸੀਂ ਬੁਰੇ ਦਿਨ 'ਚ ਉਹਦਾ ਸਾਹਮਣਾ ਵੀ ਕਰ ਲਵੋਗੇ। ਹਾਂ, ਅਤੇ ਸਭੋ ਕੁਝ ਮੁਕਾ ਕੇ ਖਲੋ ਸਕੋ। ਔਰ ਸਭੋ ਕੁਝ ਮੁਕਾ ਕੇ ਕੀ ਕਰ ਸਕੋਗੇ? ਇਹ ਲੜਾਈ ਤੁਸੀਂ ਮੁਕਾ ਕੇ ਖਲੋ ਸਕੋਗੇ। ਸ਼ਰਤ ਇਹ ਆ ਕਿ ਇਹ ਸਾਰੇ ਸ਼ਸਤਰ ਬਸਤਰ ਤੁਹਾਨੂੰ ਲੈਣੇ ਪੈਣੇ ਨੇ, ਔਰ ਪਰਮੇਸ਼ਰ ਸਭਨਾਂ ਨੂੰ ਦੇ ਰਿਹਾ ਆ। ਕੀ ਲੈਣਾ ਚਾਹੋਗੇ ਤੁਸੀਂ? ਤੁਹਾਨੂੰ ਪੁੱਛ ਰਿਹਾ ਮੈਂ, ਔਰ ਇੱਥੇ ਬੈਠਿਆਂ ਨੂੰ ਪੁੱਛ ਰਿਹਾ। ਜੇਕਰ ਤੁਸੀਂ ਚਾਹੁੰਦੇ ਹੋ ਤੁਸੀਂ ਸਭੋ ਕੁਝ ਮੁਕਾ ਕੇ ਖਲੋ ਸਕੋ, ਤਾਂ ਇਹ ਜਿਹੜੇ ਸ਼ਸਤਰ ਔਰ ਬਸਤਰ ਪਰਮੇਸ਼ਰ ਨੇ ਸਾਡੇ ਲਈ ਇੰਤਜ਼ਾਮ ਕੀਤਾ ਆ, ਉਹ ਸਾਨੂੰ ਕੀ ਕਰਨੇ ਪੈਣੇ ਨੇ? ਰਿਸੀਵ ਕਰਨੇ ਪੈਣੇ ਨੇ। ਉਹਦੇ ਤੋਂ ਉਹ ਲੈਣੇ ਹੀ ਪੈਣੇ ਨੇ। ਪੜੋ ਦੁਬਾਰਾ ਜਰਾ, ਇਹ ਲਾਈਨ ਦੁਬਾਰਾ ਪੜਨਾ। ਇਸ ਕਾਰਨ ਤੁਸੀਂ ਪਰਮੇਸ਼ਵਰ ਦੇ ਸਾਰੇ ਸ਼ਸਤਰ ਬਸਤਰ ਲੈ ਲਵੋ। ਧਿਆਨ ਨਾਲ ਸੁਣੋ, ਪਰਮੇਸ਼ਰ ਦਾ ਵਚਨ ਕਹਿੰਦਾ ਕੀ ਹੈ? ਕਹਿੰਦਾ ਇਸ ਕਾਰਨ ਹੁਣ ਤੁਸੀਂ ਪਰਮੇਸ਼ਰ ਦੇ ਸਾਰੇ ਸ਼ਸਤਰ ਬਸਤਰ ਕੀ ਕਰ ਲਵੋ? ਲੈ ਲਵੋ। ਹਾਂ, ਭਈ ਤੁਸੀਂ ਬੁਰੇ ਦਿਨ ਵਿੱਚ ਸਾਹਮਣਾ ਕਰ ਸਕੋ ਭਾਈ ਤੁਸੀਂ ਬੁਰੇ ਦਿਨਾਂ 'ਚ ਕੀ ਕਰੋ? ਸਾਹਮਣਾ ਕਰ ਸਕੋ। ਹਾਂ, ਅਤੇ ਸਭੋ ਕੁਝ ਮੁਕਾ ਕੇ ਖਲੋ ਸਕੋ। ਔਰ ਸਭੋ ਕੁਝ ਮੁਕਾ ਕੇ ਕੀ ਕਰ ਸਕੋ? ਸ਼ੈਤਾਨ ਨੇ ਆਦਮ ਨੂੰ ਸੁੱਟ ਦਿੱਤਾ ਸੀ। ਆਦਮ ਡਿੱਗ ਗਿਆ ਸੀ, ਪਰ ਹੁਣ ਸਾਡੇ ਲਈ ਪਰਮੇਸ਼ਰ ਦਾ ਵਚਨ ਕੀ ਕਹਿੰਦਾ? ਤੁਸੀਂ ਡਿੱਗੋਗੇ ਨਹੀਂ। ਤੁਸੀਂ ਸਭ ਕੁਝ ਮੁਕਾ ਕੇ, ਜਿਸ ਲੜਾਈ ਦੇ ਵਿੱਚ ਆਦਮ ਹਰਿਆ, ਉਸ ਲੜਾਈ 'ਚ ਤੁਸੀਂ ਨਹੀਂ ਹਾਰੋਗੇ। ਤੁਸੀਂ ਉਸ ਲੜਾਈ ਨੂੰ ਮੁਕਾਵੋਗੇ ਵੀ, ਔਰ ਸਹੀ ਸਲਾਮਤ ਖੜੇ ਵੀ ਰਹੋਗੇ। ਬਦੌਲਤ ਕਿਹਦੀ? ਤੁਹਾਨੂੰ ਇਹ ਸਾਰੇ ਸ਼ਸਤਰ ਔਰ ਬਸਤਰ ਕੀ ਕਰਨੇ ਪੈਣੇ ਨੇ? ਲੈਣੇ ਪੈਣੇ ਨੇ। ਇਨਸਾਨ ਜੋ ਅਦਨ ਦੇ ਬਾਗ 'ਚ ਨੰਗਾ ਹੋ ਗਿਆ ਸੀ, ਉਹਦੇ ਵਾਸਤੇ ਪਰਮੇਸ਼ਰ ਦਾ ਇੱਕ ਇੰਤਜ਼ਾਮ ਹੈ। ਐਸੇ ਜਲਾਲੀ ਬਸਤਰ ਨੇ, ਐਸੇ ਸਾਮਰਥ ਵਾਲੇ ਬਸਤਰ ਨੇ। ਕਹਿੰਦਾ ਤੁਸੀਂ ਇਹ ਜੋ ਹੁਕੂਮਤਾਂ, ਇਖਤਿਆਰਾਂ, ਅੰਧਕੋਰ ਦੀਆਂ ਸ਼ਕਤੀਆਂ ਦੇ ਨਾਲ ਜੋ ਲੜਾਈ ਹੈ ਨਾ, ਇਹ ਲੜਾਈ ਮੁਕਾ ਕੇ ਕੀ ਕਰੋਗੇ ਤੁਸੀਂ? ਪਰ ਜੇ ਇਹ ਹਥਿਆਰ ਤੁਹਾਡੇ ਤੇ ਹੋਏ, ਜਿਸ ਇਨਸਾਨ ਦੇ ਉੱਤੇ ਇਹ ਆਤਮਿਕ ਹਥਿਆਰ ਆ ਗਏ, ਸ਼ੈਤਾਨ ਵੀ ਘੁਟਨੇ ਟੇਕੇਗਾ ਉਹਦੇ ਅੱਗੇ। ਇਹ ਹਥਿਆਰ ਪਾਇਆ ਇਨਸਾਨ ਸ਼ੈਤਾਨ ਨੂੰ ਵੀ ਆਪਣੇ ਅੱਗੇ ਕੀ ਕਰਦਾ ਆ? ਘੁਟਨੇ ਟੇਕਣ ਤੇ ਮਜਬੂਰ ਕਰਦਾ। ਆਪ ਨਹੀਂ ਡਿੱਗਦਾ, ਆਪ ਸ਼ੈਤਾਨ ਦੇ ਅੱਗੇ ਨਹੀਂ ਝੁਕਦਾ। ਸ਼ੈਤਾਨੀ ਸ਼ਕਤੀਆਂ ਆ ਕੇ ਕੀ ਕਰਨਗੀਆਂ? ਤੁਹਾਡੇ ਅੱਗੇ ਝੁਕਣਗੀਆਂ। ਹਾਲੇਲੂਇਆ, ਹਾਲੇਲੂਇਆ। ਪਰ ਕਰਨਾ ਕੀ ਪੈਣਾ? ਇਹ ਸਾਰੇ ਸ਼ਸਤਰ ਬਸਤਰ ਕੀ ਕਰਨੇ ਪੈਣੇ ਨੇ? ਲੈਣੇ ਪੈਣੇ ਨੇ। ਹਾਂ, ਤਾਂ ਕਿ ਤੁਸੀਂ ਸਭੋ ਕੁਝ ਮੁਕਾ ਕੇ ਕੀ ਕਰ ਸਕੋ? ਖਲੋ ਸਕੋ। ਹਾਂ, ਸੋ ਤੁਸੀਂ ਆਪਣੀ ਕਮਰ ਸਚਾਈ ਨਾਲ ਹੁਣ ਕੱਸ ਕੇ ਸਭ ਤੋਂ ਪਹਿਲਾਂ ਚੀਜ਼ ਦਾ ਨਾਮ ਆਇਆ ਆ, ਆਪਣੀ ਕਮਰ ਕਿਹਦੇ ਨਾਲ ਕੱਸੋ? ਸੱਚਾਈ। ਪਰ ਜੇਕਰ ਅਸੀਂ ਵੇਖੀਏ, ਅਸੀਂ ਬਾਕੀ ਚੀਜ਼ਾਂ ਪਾਉਣ ਤੋਂ ਬਾਅਦ ਹੀ ਬੈਲਟ ਪਾਉਂਦੇ ਆ। ਬੈਲਟ ਕਦੋਂ ਪਾਉਂਦੇ ਆ? ਜਦੋਂ ਅਸੀਂ ਸਾਰੀ ਪੈਂਟ ਪਾ ਲਈ, ਸ਼ਰਟ ਪਾ ਲਈ, ਫਿਰ ਬਾਅਦ ਚ ਕੀ ਲਾਉਂਦੇ ਆ? ਪਰ ਇੱਥੇ ਕੀ ਆ? ਇੱਥੇ ਪਰਮੇਸ਼ਰ ਦਾ ਵਚਨ ਸਭ ਤੋਂ ਪਹਿਲਾਂ ਇਹ ਬੈਲਟ ਪਾਉਣ ਨੂੰ ਕਹਿੰਦਾ। ਪਰ ਇਹ ਕਿਉਂ ਕਹਿੰਦਾ? ਕਿਉਂਕਿ ਸਾਡੇ ਜੀਵਨ 'ਚ ਝੂਠ ਦਾ ਇੱਕ ਅੰਸ਼, ਯਾਦ ਰੱਖ ਲਿਓ। ਕਿਉਂ ਨੇ ਕਿਹਾ ਸਚਾਈ ਦੀ ਬੈਲਟ ਜਾਂ ਸਚਾਈ ਦੀ ਕਮਰ ਕੱਸ? ਸਾਡੇ ਜੀਵਨ 'ਚ ਝੂਠ ਦਾ ਇੱਕ ਛੋਟਾ ਜਿਹਾ ਅੰਸ਼ ਸਾਨੂੰ ਪਲ ਭਰ 'ਚ ਇਸ ਆਤਮਿਕ ਲੜਾਈ 'ਚੋਂ ਬਾਹਰ ਕਰ ਦੇਗਾ। ਪਲ ਭਰ 'ਚ ਅਸੀਂ ਮੁਕਾ ਕੇ ਖਲੋਣ ਵਾਲੇ ਨਹੀਂ, ਅਸੀਂ ਖੁਦ ਖਤਮ ਹੋ ਕੇ ਡਿੱਗ ਜਾਵਾਂਗੇ। ਇਸ ਕਾਰਨ ਪਰਮੇਸ਼ਰ ਕਹਿੰਦਾ ਸਭ ਤੋਂ ਪਹਿਲਾਂ ਤੁਸੀਂ ਸਚਾਈ ਦੇ ਨਾਲ ਆਪਣੇ ਲੱਕ ਕੱਸ ਲਓ। ਤੁਸੀਂ ਸਚਾਈ ਦੇ ਨਾਲ ਆਪਣੀ ਕਮਰ ਕੱਸ ਲਓ। ਇਸ ਕਾਰਨ ਤੁਹਾਨੂੰ ਸਚਾਈ ਦੀ ਕੀ ਪਾਉਣੀ ਪੈਣੀ ਆ? ਇੱਕ ਬੈਲਟ। ਹੁਣ ਸਚਾਈ ਕੀ ਆ?
ਜ਼ਬਾਨ ਤੋਂ ਸੱਚ ਬੋਲਣਾ ਤੇ ਇੱਕ ਸਚਾਈ ਹੈ ਹੀ ਹੈ ਕਿ ਅਸੀਂ ਕਦੇ ਵੀ ਕੀ ਨਹੀਂ ਬੋਲਣਾ। ਦੂਸਰਾ, ਰੂਹ ਤੇ ਸਚਾਈ ਦੇ ਨਾਲ ਇਹਨਾਂ ਵਚਨਾਂ ਨੂੰ ਵੀ ਕੀ ਕਰਨਾ ਆ? ਮੰਨਣਾ ਆ। ਵਚਨ ਕਹਿੰਦਾ ਨਾ, ਪਰਮੇਸ਼ਰ ਐਸੇ ਭਗਤਾਂ ਨੂੰ ਲੱਭਦਾ ਫਿਰਦਾ ਜਿਹੜੇ ਕੀ ਕਰਦੇ ਨੇ? ਆਤਮਾ ਸੱਚਾਈ ਦੇ ਨਾਲ ਪਰਮੇਸ਼ਰ ਦੀ ਆਰਾਧਨਾ। ਇੱਕ ਤੇ ਆਤਮਾ ਆ, ਦੂਸਰੀ ਕੀ ਆ? ਸਚਾਈ। ਆਤਮਾ ਤੇ ਸਚਾਈ ਦੇ ਨਾਲ ਪ੍ਰਾਰਥਨਾ ਜਾਂ ਭਗਤੀ ਕਰਨ ਵਾਲੇ ਲੋਕ ਪਰਮੇਸ਼ਰ ਚਾਹੁੰਦਾ ਆ। ਹੁਣ ਸਚਾਈ ਦੇ ਨਾਲ ਭਗਤੀ ਕਰਨੀ ਕੀ ਆ? ਸਚਾਈ ਦੇ ਨਾਲ ਭਗਤੀ ਕਰਨੀ ਆ, ਪ੍ਰਭੂ ਮੇਰੀ ਮਰਜ਼ੀ ਪੂਰੀ ਹੋਏ ਨਾ ਹੋਏ, ਸੱਚੇ ਜਿੰਦੇ ਪਰਮੇਸ਼ਰ ਦੀ ਮਰਜ਼ੀ ਕੀ ਹੋਵੇ? ਪੂਰੀ ਹੋਵੇ। ਜੇ ਤੁਸੀਂ ਆਪਣੀ ਮਰਜ਼ੀਆਂ ਪੂਰੀਆਂ ਕਰਾਉਣ ਦੇ ਪਿੱਛੇ ਤੁਲੇ ਹੋਏ ਹੋ ਨਾ, ਕਿ ਪ੍ਰਭੂ ਯਿਸੂ ਮਸੀਹ ਦੇ ਪਿੱਛੇ ਆਉਣ ਦੇ ਕਾਰਨ ਮੁਰਾਦਾਂ ਪੂਰੀਆਂ ਹੋ ਜਾਂਦੀਆਂ ਨੇ, ਪ੍ਰਭੂ ਯਿਸੂ ਮਸੀਹ ਦੇ ਪਿੱਛੇ ਆਉਣ ਦੇ ਕਾਰਨ ਮੂੰਹ ਮੰਗੀਆਂ ਮੁਰਾਦਾਂ ਪੂਰੀਆਂ ਹੁੰਦੀਆਂ ਨੇ, ਤੇ ਫਿਰ ਤੁਸੀਂ ਝੂਠ ਹੋ। ਤੁਸੀਂ ਝੂਠੇ ਹੋ ਤੇ ਝੂਠਾ ਤੁਹਾਡਾ ਕੀ ਆ? ਗੁਰੂ। ਤੇ ਝੂਠਾ ਕੌਣ ਸੀ? ਸ਼ੈਤਾਨ। ਇਸ ਕਾਰਨ ਮਸੀਹੀ ਜੀਵਨ ਆਪਣੀਆਂ ਖੁਆਇਸ਼ਾਂ ਨੂੰ ਪੂਰਾ ਕਰਨ ਦਾ ਜੀਵਨ ਨਹੀਂ ਹੈ। ਯਾਦ ਰੱਖ ਲਓ, ਮਸੀਹਤ ਤੁਹਾਡੀ ਮਰਜ਼ੀ ਪੂਰੀ ਕਰਨ ਵਾਲੀ ਮਸੀਹਤ ਨਹੀਂ ਹੈ। ਮਸੀਹਤ ਦਾ ਮਤਲਬ ਇਹ ਨਹੀਂ ਆ ਤੁਸੀਂ ਆਓ ਤੇ ਕੀ ਕਰੋ, ਜੋ ਮੰਗੋ ਲੈ ਜਾਓ। ਅੱਜ ਦੁਨੀਆ ਤੇ ਇਹੀ ਹੋ ਰਿਹਾ ਨਾ। ਚਰਚਾਂ ਨੂੰ ਪਰਮੇਸ਼ਰ ਦੀ ਕਲੀਸਿਆ ਲੋਕਾਂ ਕੀ ਸਮਝਿਆ? ਚਰਚ ਜਾਈਏ ਤੇ ਮੂੰਹ ਮੰਗੀਆਂ ਮੁਰਾਦਾਂ ਪਾਈਏ। ਇਹ ਸਲੋਗਨ ਬਣ ਗਿਆ ਦੁਨੀਆ ਦਾ। ਚਰਚ ਜਾਂ ਇੱਕ ਕਲੀਸਿਆ ਜਾਂ ਇੱਕ ਪਰਮੇਸ਼ਰ ਦੀ ਸੰਗਤੀ ਦਾ ਸਥਾਨ ਜਿੱਥੇ ਰੂਹ ਤੇ ਸਚਾਈ ਦੀ ਸੰਗਤੀ ਹੁੰਦੀ ਆ, ਉਹ ਸਥਾਨ ਤੁਹਾਡੀਆਂ ਮਰਜ਼ੀਆਂ ਨਹੀਂ ਪੂਰੀਆਂ ਕਰਦਾ। ਉਸ ਸਥਾਨ ਤੇ ਯਹੋਵਾ ਪਰਮੇਸ਼ਰ ਦੀ ਮਰਜ਼ੀ ਪੂਰੀ ਹੁੰਦੀ ਆ। ਮਸੀਹਤ ਤੁਹਾਡੀ ਇੱਛਾ ਪੂਰੀ ਕਰਨਾ ਨਹੀਂ ਆ। ਮਸੀਹਤ ਪਰਮੇਸ਼ਰ ਦੀ ਔਰ ਪ੍ਰਭੂ ਦੀ ਇੱਛਾ ਕੀ ਕਰਨੀ ਆ? ਪੂਰਾ ਕਰਨਾ। ਪ੍ਰਭੂ ਯਿਸੂ ਮਸੀਹ ਨੇ ਕਿਹਾ ਸੀ ਨਾ, ਮੈਂ ਆਪਣੇ ਤੋਂ ਕੁਝ ਨਹੀਂ ਕਰਦਾ, ਮੈਂ ਜੋ ਵੀ ਕਰਦਾ ਆ ਆਪਣੇ ਪਿਤਾ ਦੀ ਕੀ ਕਰਦਾ ਆ? ਮਰਜ਼ੀ ਨੂੰ ਪੂਰੀਆਂ ਕਰਦਾ। ਇਸ ਕਰਕੇ ਯਾਦ ਰੱਖੋ, ਮਸੀਹਤ ਕੀ ਆ? ਮਸੀਹਤ ਆ ਸਾਡੀ ਮਰਜ਼ੀ ਨਹੀਂ, ਬਲਕਿ ਪ੍ਰਭੂ ਕੀ ਹੋਵੇ? ਪ੍ਰਭੂ ਨੇ ਪ੍ਰਾਰਥਨਾ ਕਰਾਈ ਸੀ ਨਾ, ਕਹਿੰਦਾ ਤੁਸੀਂ ਇਸ ਤਰ੍ਹਾਂ ਪ੍ਰਾਰਥਨਾ ਕਰਿਆ ਕਰੋ, ਐ ਸਾਡੇ ਬਾਪ ਜੋ ਤੂੰ ਕਿੱਥੇ ਆ, ਕੀ ਹੋਵੇ? ਤੇਰਾ ਨਾਮ ਪਾਕ, ਹਾਂ, ਦੂਸਰਾ ਤੇਰੀ ਮਰਜ਼ੀ ਪੂਰੀ। ਕਿਸ ਤਰ੍ਹਾਂ ਭਲਾ? ਜਿਸ ਤਰ੍ਹਾਂ ਅਸਮਾਨ ਤੇ ਸਵਰਗਦੂਤ ਤੇਰੀ ਮਰਜ਼ੀ ਪੂਰੀ ਕਰਦੇ ਨੇ ਨਾ, ਜਿਸ ਤਰ੍ਹਾਂ ਅਸਮਾਨ ਤੇ ਸਵਰਗਦੂਤ ਤੇਰੀ ਮਰਜ਼ੀ ਤੋਂ ਬਿਨਾਂ ਹਿਲਦੇ ਨਹੀਂ, ਤੇਰੀ ਹੀ ਮਰਜ਼ੀ ਪੂਰੀ ਕਰਦੇ ਆ, ਉਸ ਤਰ੍ਹਾਂ ਹਰ ਇਨਸਾਨ ਦਾ ਫਰਜ਼ ਆ ਉਹ ਵੀ ਸਿਰਫ ਔਰ ਸਿਰਫ ਕਿਹਦੀ ਮਰਜ਼ੀ ਪੂਰੀ ਕਰੇ? ਪਰਮੇਸ਼ਰ ਦੀ ਹੀ। ਕਿ ਇਹ ਸੱਚੇ ਬਣਨ ਨੂੰ ਤਿਆਰ ਹੈ ਅਸੀਂ? ਦੂਸਰਾ, ਇਹਨਾਂ ਵਚਨਾਂ ਨੂੰ ਸੱਚਾਈ ਦੇ ਨਾਲ ਕਬੂਲ ਕਰਨਾ। ਇਹਨਾਂ ਵਚਨਾਂ ਨੂੰ ਸੱਚਾਈ ਦੇ ਨਾਲ ਕਬੂਲ ਕਰਨਾ, ਇਹਨਾਂ ਵਚਨਾਂ ਦੀ ਸੱਚਾਈ ਤੇ ਖੜੇ ਵੀ ਰਹਿਣਾ, ਕਿਉਂਕਿ ਇਹ ਵਚਨਾਂ ਤੋਂ ਸੱਚਾ ਔਰ ਪਿਓਰ ਕੁਝ ਵੀ ਨਹੀਂ। ਤੁਸੀਂ ਸੱਚੇ ਬਣਨਾ ਚਾਹੁੰਦੇ, ਇਹਨਾਂ ਵਚਨਾਂ ਤੇ ਖੜਾ ਹੋਣਾ ਚਾਹੀਦਾ। ਹੁਣ ਸਭ ਤੋਂ ਪਹਿਲਾਂ ਪਰਮੇਸ਼ਰ ਨੇ ਇਹ ਕਮਰ ਕੱਸ ਜਾਂ ਇਹ ਸੱਚਾਈ ਦੀ ਬੈਲਟ ਕਿਉਂ ਦਿੱਤੀ ਆ? ਕਿਉਂਕਿ ਹਵਾ ਦੇ ਜੀਵਨ ਦੇ ਵਿੱਚ ਵੀ ਇਹੀ ਪ੍ਰੋਬਲਮ ਆਈ ਸੀ, ਕਿਉਂਕਿ ਹਵਾ ਨੇ ਝੂਠ ਬੋਲਿਆ ਸੀ। ਤੁਸੀਂ ਜਾਣਦੇ ਕਿਹੜਾ ਝੂਠ ਬੋਲਿਆ ਸੀ? ਸ਼ੈਤਾਨ ਆਇਆ, ਸ਼ੈਤਾਨ ਨੇ ਕੀ ਕਿਹਾ? ਕਹਿੰਦਾ ਮੈਂ ਸੁਣਿਆ ਆ ਕਿ ਤੁਸੀਂ ਇਸ ਬਾਗ ਦੇ ਸਾਰੇ ਬਿਰਸ਼ਾਂ ਤੋਂ ਕੀ ਕਰਦੇ ਹੋ, ਪਰ ਜਿਹੜਾ ਇੱਕ ਬਾਗ ਦੇ ਵਿਚਕਾਰ ਬੂਟਾ ਤੁਸੀਂ ਦੇ ਤੋਂ। ਹਾਂ, ਸੱਚ ਹੀ ਬੋਲ ਰਿਹਾ ਸੀ, ਸੱਚ ਕਿਹਾ ਸੀ ਉਹਨੇ, ਸੱਚ ਸੁਣਿਆ ਸੀ। ਪਰ ਹਵਾ ਕੀ ਕਹਿੰਦੀ? ਕਹਿੰਦੀ ਹਾਂ ਇਹ ਸੱਚ ਆ ਨਾ। ਅਸੀਂ ਪਰਮੇਸ਼ਰ ਨੇ ਕਿਹਾ ਇਹਨੂੰ ਕੀ ਕਰੀ? ਖਾਣਾ। ਤੇ ਨਾ ਇਹਨੂੰ ਕੀ ਕਰਨਾ? ਇੱਕ ਛੋਟਾ ਜਿਹਾ ਝੂਠ ਪਾਤਾ ਵਿੱਚ। ਪਰਮੇਸ਼ਰ ਨੇ ਸਿੱਧੀ ਸਾਫ਼ ਸਪਸ਼ਟ ਇਹਨੂੰ ਕੀ ਨਹੀਂ ਕਰਨਾ? ਖਾਣਾ ਮਤਲਬ ਹੱਥ ਨਾਲ ਵਧਾ ਕੇ ਖਾਣਾ ਨਾ, ਪਰ ਆਪਣੀ ਮਰਜ਼ੀ ਦੇ ਨਾਲ ਇਸ ਸੱਚੇ ਵਚਨ 'ਚ ਇੱਕ ਛੋਟੀ ਜੀ ਬਿੰਦੀ ਜੋੜ ਦਿੱਤੀ। ਤਾਂ ਪਰਮੇਸ਼ਰ ਕੀ ਕਹਿੰਦਾ? ਜਿਹੜਾ ਇਹਦੇ ਵਿੱਚ ਕੁਝ ਘਟਾਏਗਾ ਜਾਂ ਜਿਹੜਾ ਇਹਦੇ ਵਿੱਚ ਕੁਝ ਵਧਾਏਗਾ, ਤੁਸੀਂ ਸਭ ਜਾਣਦੇ ਹੋ। ਝੂਠ ਦੇ ਨਾਲ ਇਹਦੇ ਵਿੱਚ ਕੀ ਕਰਨ ਦੀ ਕੋਸ਼ਿਸ਼ ਕੀਤੀ? ਬਸ ਉਹ ਇੱਕ ਲਫ਼ਜ਼ ਸੀ, ਉਹ ਇੱਕ ਹੀ ਡਾਇਲੌਗ ਸੀ ਜਿਹੜਾ ਹਵਾ ਨੇ ਸ਼ੈਤਾਨ ਦੇ ਨਾਲ ਬੋਲਿਆ, ਨਾ ਇਹਨੂੰ ਕੀ ਲਾਓ। ਉਸੇ ਵੇਲੇ ਸ਼ੈਤਾਨ ਨੇ ਉਹਦਾ ਹੱਥ ਫੜ ਲਿਆ। ਉਸੇ ਵੇਲੇ ਸ਼ੈਤਾਨ ਉਹਦੇ ਅੰਦਰ ਚਲਾ ਗਿਆ। ਉਸੇ ਵੇਲੇ ਸ਼ੈਤਾਨ ਦੀਆਂ ਇੱਛਾਵਾਂ ਦੇ ਲਈ, ਸ਼ੈਤਾਨ ਦੇ ਲਈ ਦਰਵਾਜ਼ਾ ਖੁੱਲ ਗਿਆ। ਇਸ ਕਾਰਨ ਪਰਮੇਸ਼ਰ ਕਹਿੰਦਾ, ਜੇਕਰ ਤੁਸੀਂ ਇਸ ਲੜਾਈ ਨੂੰ ਜਿੱਤਣਾ ਚਾਹੁੰਦੇ ਹੋ, ਫਿਰ ਦੁਬਾਰਾ ਖੜੇ ਹੋਣਾ ਚਾਹੁੰਦੇ ਹੋ, ਹੁਣ ਤੁਹਾਨੂੰ ਐਸੇ ਬਸਤਰ ਪਹਿਨਾਵਾਂਗਾ। ਉਹ ਬਸਤਰ ਨੇ ਆਤਮਿਕ ਬਸਤਰ,
ਉਹਨਾਂ ਵਸਤਰਾਂ ਦੇ ਵਿੱਚ ਸਭ ਤੋਂ ਪਹਿਲਾ ਨਾਮ ਆਉਂਦਾ ਆ ਸੱਚਾਈ ਦਾ। ਤੁਸੀਂ ਆਪਣੇ ਨੈਤਿਕ ਜੀਵਨਾਂ ਦੇ ਵਿੱਚ ਵੀ ਜੇਕਰ ਤੁਸੀਂ ਝੂਠ ਬੋਲਦੇ ਹੋ, ਜਰਾ ਜਿੰਨਾ ਝੂਠ ਸ਼ੈਤਾਨ ਦੇ ਲਈ ਦਰਵਾਜ਼ੇ ਖੋਲਦਾ ਹੈ, ਕਿਉਂਕਿ ਅਸੀਂ ਸੱਚੇ ਪਰਮੇਸ਼ਰ ਦੇ ਲੋਕ ਆ। ਯਿਸੂ ਮਸੀਹ ਨੇ ਆਪਣੇ ਬਾਰੇ ਕੀ ਕਿਹਾ? ਰਾਹ, ਸੱਚਾਈ ਤੇ ਜੀਵਨ ਮੈਂ। ਹੁਣ ਸਾਡੇ ਅੰਦਰ ਕੌਣ ਰਹਿੰਦਾ? ਉਹ ਸੱਚਾ ਪਰਮੇਸ਼ਰ ਰਹਿੰਦਾ ਨਾ। ਇਸ ਕਰਕੇ ਉਹਦੇ ਲੋਕ ਵੀ ਕੈਸੇ ਹੋਣੇ ਚਾਹੀਦੇ ਨੇ? ਸੱਚੇ। ਇਹ ਸੱਚਾਈ ਦੇ ਨਾਲ ਆਪਣੀ ਕੀ ਕਸ ਲਓ? ਕਮਰ ਕਸ ਲਓ। ਔਰ ਇੱਕ ਇਹਦਾ ਥਿਊਰੀ ਇੱਕ ਹੋਰ ਵੀ ਹੈ। ਤੁਸੀਂ ਦੇਖਦੇ ਹੋ, ਜਦੋਂ ਪੁਰਾਣੀ ਤੁਸੀਂ ਯਹੂਦੀ ਫਿਲਮਾਂ ਦੇਖੋ, ਅੱਜ ਤੋਂ 2000 ਸਾਲ ਪਹਿਲਾਂ ਇਹ ਵਚਨ ਲਿਖਿਆ ਗਿਆ। ਅੱਜ ਤੇ ਅਸੀਂ ਇੱਕ ਪੈਂਟ ਔਰ ਸ਼ਰਟ ਪਾਉਂਦੇ ਆ ਨਾ, ਉਸ ਸਮੇਂ ਇੱਕ ਪੂਰੇ ਦਾ ਪੂਰਾ ਲਿਬਾਸ ਹੁੰਦਾ ਸੀ, ਸਿੱਧੇ ਦਾ ਸਿੱਧਾ, ਗੋਡਿਆਂ ਤੱਕ ਬਣਿਆ ਹੁੰਦਾ ਸੀ, ਇਸ ਕਰਕੇ ਖੁੱਲਾ ਹੁੰਦਾ ਸੀ। ਉਸ ਖੁੱਲੇ ਲਿਬਾਸ ਦੇ ਨਾਲ ਜੇਕਰ ਕੋਈ ਤਲਵਾਰ ਚਲਾਉਣਾ ਚਾਹੇ ਤੇ ਤਲਵਾਰ ਨਹੀਂ ਚੱਲੇਗੀ। ਇਸ ਕਾਰਨ ਉਹ ਆਪਣੇ ਕੱਪੜਿਆਂ ਨੂੰ ਕਲੋਜ਼ ਕਰਨ ਲਈ, ਆਪਣੇ ਸਰੀਰ ਦੇ ਨਾਲ ਟੈਟ ਕਰਨ ਦੇ ਲਈ ਕੀ ਲਾਉਣੀ ਪੈਂਦੀ ਸੀ? ਇੱਕ ਬੈਲਟ। ਉਹ ਹੁਣ ਮੰਨ ਲਓ ਤੁਸੀਂ ਖੁੱਲੇ ਕੱਪੜੇ ਪਹਿਨੇ ਨੇ, ਤੁਸੀਂ ਤਲਵਾਰ ਚਲਾਓਗੇ, ਤੁਹਾਡੇ ਕੱਪੜੇ ਤੁਹਾਡੇ ਕੀ ਕਰਨਗੇ? ਫਸਣਗੇ। ਤੁਸੀਂ ਆਜ਼ਾਦ ਹੋ ਕੇ ਜਾਂ ਆਜ਼ਾਦੀ ਦੇ ਨਾਲ ਜਾਂ ਚੰਗੀ ਤਰ੍ਹਾਂ ਦੇ ਨਾਲ ਉਹ ਲੜਾਈ ਨੂੰ ਲੜ ਨਹੀਂ ਸਕੋਗੇ। ਇਸ ਕਾਰਨ ਪਰਮੇਸ਼ਰ ਕਹਿੰਦਾ ਆਪਣੇ ਆਪ ਨੂੰ ਸਹੀ ਕਰਨ ਦੇ ਲਈ, ਇਹ ਆਤਮਿਕ ਲੜਾਈ ਸਹੀ ਤਰੀਕੇ ਨਾਲ ਲੜਨ ਦੇ ਲਈ ਕੀ ਕਰਨਾ ਪੈਣਾ ਹੈ? ਆਤਮਾ ਦੀ ਇਹ ਜੋ ਪਹਿਲਾ ਬਸਤਰ ਆ, ਸਚਾਈ ਦੀ ਬੈਲਟ ਜਾਂ ਸਚਾਈ ਦੀ ਕਮਰ ਕਸ ਕੀ ਕਰਨੀ ਪੈਣੀ ਹੈ? ਸਾਨੂੰ ਪਹਿਨਣੀ ਪੈਣੀ ਹੈ। ਹਾਲੇਲੂਇਆ, ਹਾਲੇਲੂਇਆ। ਤੁਸੀਂ ਚਾਹੁੰਦੇ ਹੋ ਕਿ ਤੁਸੀਂ ਇਹ ਲੜਾਈ ਜਿੱਤੋ? ਤੁਸੀਂ ਚਾਹੁੰਦੇ ਹੋ ਕਿ ਆਦਮ ਦੀ ਤਰ੍ਹਾਂ ਦੁਬਾਰਾ ਨਾ ਡਿੱਗੋ? ਉਹਨੇ ਹੌਸਲਾ ਦੇ ਕੇ ਨਾ, ਹੁਣ ਪ੍ਰਭੂ ਤੇ ਪ੍ਰਭੂ ਦੇ ਪਰਾਕਰਮ ਚ ਕੀ ਹੋ ਜਾ ਤੂੰ? ਹਿੰਦੀ ਚ ਪੜੋ ਜਰਾ 10 ਵਚਨ, ਇਫਸੀਆਂ 6 ਦਾ 10। इसलिए प्रभु में और उसकी शक्ति के प्रभाव में बलवंत बनो। हाँ, ਹੁਣ ਪਰਮੇਸ਼ਰ ਹੌਸਲਾ ਦੇ ਰਿਹਾ ਇੱਥੇ, ਕਹਿੰਦਾ ਉੱਠ, हे ਡਿੱਗੇ ਇਨਸਾਨ ਉੱਠ, हे ਨੰਗੇ ਇਨਸਾਨ ਉੱਠ। ਸਭ ਤੋਂ ਪਹਿਲਾਂ ਕੀ ਕੰਮ ਕਰ? ਪ੍ਰਭੂ ਚ ਤੇ ਪ੍ਰਭੂ ਦੀ ਸ਼ਕਤੀ ਦੇ ਪਰਾਕਰਮ ਚ ਕੀ ਹੋ ਜਾ? ਤਕੜਾ ਹੋ ਜਾ। ਫਿਰ ਮੇਰੇ ਸਾਰੇ ਸ਼ਸਤਰ ਬਸਤਰ ਲੈ ਲੈ, ਤਾਂ ਕਿ ਬੁਰੇ ਦਿਨਾਂ 'ਚ ਤੂੰ ਸਾਹਮਣਾ ਕਰ ਸਕੇ ਤੇ ਸਭੋ ਕੁਝ ਮੁਕਾ ਕੇ ਕੀ ਕਰ ਸਕੇ? ਖਲੋ ਸਕੇ। ਉਹਦੇ ਵਿੱਚ ਸਭ ਤੋਂ ਜ਼ਰੂਰੀ ਆ ਸਚਾਈ ਦੀ ਬੈਲਟ। ਇਸ ਵਚਨ ਨੂੰ ਪੂਰਾ ਸਚਾਈ ਦੇ ਨਾਲ ਮੰਨ, ਵਿੱਚ ਆਪਣੀ ਮਰਜ਼ੀ ਕੋਈ ਨਾ ਵਾੜੀ, ਆਪਣੀ ਮਤਲਬ ਦੇ ਲਈ ਇਸ ਵਚਨ ਨੂੰ ਇਸਤੇਮਾਲ ਨਾ ਕਰੀ। ਦੂਸਰਾ, ਆਪਣੇ ਜੀਵਨ ਦੇ ਵਿੱਚ ਸਿਰਫ ਔਰ ਸਿਰਫ ਸੱਚ ਬੋਲੀ। ਚਾਹੇ ਝੂਠ ਬੋਲਣ ਦੇ ਕਾਰਨ ਸਰੀਰਕ ਤੌਰ ਤੇ ਤੈਨੂੰ ਜਿੰਨਾ ਮਰਜ਼ੀ ਨੁਕਸਾਨ ਹੋ ਜਾਵੇ, ਫਾਈਨੈਂਸ਼ੀਅਲ ਤੌਰ ਤੇ ਤੈਨੂੰ ਜਿੰਨਾ ਮਰਜ਼ੀ ਨੁਕਸਾਨ ਹੋ ਜਾਵੇ, ਪਰ ਯਾਦ ਰੱਖੀ, ਲਿਖਿਆ ਵਚਨ ਕਹਿੰਦਾ ਸਭ ਤੋਂ ਵੱਧ ਕੇ ਆਪਣੇ ਆਤਮਿਕ ਜੀਵਨ ਦੀ ਕੀ ਕਰ? ਰਾਖੀ ਕਰ, ਚੌਕਸੀ ਕਰ। ਆਪਣੇ ਆਤਮਿਕ ਜੀਵਨ ਨੂੰ ਨੁਕਸਾਨ ਨਾ ਹੋਦਾ ਹੀ। ਜਦੋਂ ਤੂੰ ਝੂਠ ਬੋਲੇਗਾ, ਜਦੋਂ ਕੋਈ ਝੂਠ ਤੇਰੇ ਮੂੰਹ ਚੋਂ ਨਿਕਲੇਗਾ, ਤੇਰੇ ਆਤਮਿਕ ਜੀਵਨ ਤੇ ਹਮਲਾ ਹੋਵੇਗਾ। ਤੇਰੇ ਆਤਮਿਕ ਜੀਵਨ ਤੇ ਐਸੇ ਤੀਰ ਚੱਲਣਗੇ ਜਿਹੜੇ ਤੈਨੂੰ ਫੇਰ ਉਸੇ ਅਵਸਥਾ ਦੇ ਵਿੱਚ ਲੈ ਜਾਣਗੇ। ਅਸੀਂ ਝੂਠ ਕਿਉਂ ਬੋਲਦੇ ਹਾਂ? ਕਿ ਸਾਨੂੰ ਨੁਕਸਾਨ ਨਾ ਹੋ ਜਾਏ, ਸਾਨੂੰ ਘਾਟਾ ਨਾ ਪੈ ਜਾਏ। ਅਸੀਂ ਸਰੀਰਕ ਤੌਰ ਤੇ ਘਾਟਾ ਝੱਲਣ ਲਈ ਤਿਆਰ ਹਾਂ, ਸਰੀਰਕ ਤੌਰ ਤੇ ਘਾਟਾ ਝੱਲਣ ਲਈ ਨਹੀਂ ਤਿਆਰ, ਤੇ ਆਤਮਿਕ ਤੌਰ ਤੇ ਘਾਟਾ ਝੱਲਣ ਲਈ ਕੀ ਆ? ਤਿਆਰ ਹੈ। ਇਹ ਸਭ ਤੋਂ ਮਾੜਾ ਔਰ ਸਭ ਤੋਂ ਘਟੀਆ ਇਹ ਬਿਜ਼ਨਸ ਕਰਦੇ ਹਾਂ ਅਸੀਂ। ਸਰੀਰ 'ਚ ਸਾਨੂੰ ਕੁਝ ਮਿਲੇ ਨਾ ਮਿਲੇ, ਝੂਠ ਬੋਲਣ ਦੇ, ਸੱਚ ਬੋਲਣ ਦਾ ਚਾਹੇ ਤੁਹਾਡੀ ਜਿੰਨੀ ਮਰਜ਼ੀ ਨਿੰਦਾ ਬਦਨਾਮੀ ਹੋਵੇ, ਅਪਮਾਨ ਹੋ ਜਾਏ, ਪਰ ਪਰਮੇਸ਼ਰ ਕਹਿੰਦਾ ਨਿੰਦਾ ਬਦਨਾਮੀ ਅਪਮਾਨ ਲੱਜਿਆ ਸਵਰਗੀ ਰਾਜ ਵਾਸਤੇ ਕੀ ਕਰਦੀ ਹੈ? ਕਿਉਂਕਿ ਤੁਸੀਂ ਆਪਣੇ ਆਤਮਿਕ ਜੀਵਨ ਤੇ ਹਮਲਾ ਨਹੀਂ ਹੋਣ ਦਿੱਤਾ। ਇਸ ਕਾਰਨ ਸਰੀਰਕ ਤੌਰ ਤੇ ਤੁਹਾਨੂੰ ਬੇਇੱਜ਼ਤੀ ਸਹਿਣੀ ਪਵੇ, ਸਰੀਰਕ ਤੌਰ ਤੇ ਤੁਹਾਨੂੰ ਨੁਕਸਾਨ ਸਹਿਣਾ ਪਵੇ, ਪਰ ਹਮੇਸ਼ਾ ਸੱਚ ਬੋਲਿਓ, ਕਿਉਂਕਿ ਸੱਚਾ ਵਚਨ ਤੁਹਾਡੇ ਅੱਗੇ ਆ ਔਰ ਸੱਚਾ ਪਰਮੇਸ਼ਰ ਤੁਹਾਡੇ ਅੰਦਰ ਆ। ਫਿਰ ਤੁਸੀਂ ਝੂਠੇ ਕਿਸ ਤਰ੍ਹਾਂ ਹੋ ਸਕਦੇ ਹੋ? ਜਦੋਂ ਇਹ ਗੱਲ ਸ਼ੈਤਾਨ ਵੇਖੇਗਾ ਨਾ ਇਹ ਸੱਚਾਈ ਤੇ ਚੱਲ ਰਿਹਾ, ਸ਼ੈਤਾਨ ਗੁੱਡਨੇ ਟੇਕੇਗਾ ਤੁਹਾਡੇ ਅੱਗੇ। ਹਾਲੇਲੂਇਆ, ਹਾਲੇਲੂਇਆ। ਅੱਜ ਇੰਨਾ ਹੀ ਕਾਫੀ ਹੈ। ਅਗਲੀ ਵਾਰ ਜਦੋਂ ਅਸੀਂ ਵੀਰਵਾਰ ਨੂੰ ਆਵਾਂਗੇ, ਫਿਰ ਦੂਸਰਾ ਸਟੈਪ ਆ। ਪਹਿਲਾ ਸੀ ਸਚਾਈ ਦੀ ਕੀ ਕਰਨੀ ਹੈ? ਸਚਾਈ ਨਾਲ ਕਮਰ ਕੱਸਣੀ। ਦੂਸਰਾ ਬਸਤਰ ਕੀ ਹੈ? ਔਰ ਧਰਮ ਦੀ ਕੀ ਪਹਿਨਣੀ? ਉਹ ਧਰਮ ਦੀ ਸੰਜੋਗ ਕੀ ਆ? ਉਹਦੇ ਬਾਰੇ ਅਸੀਂ ਵੀਰਵਾਰ ਸਿੱਖਾਂਗੇ। ਤੋ ਆਈਏ ਥੋੜੀ ਦੇਰ ਇੱਥੋਂ ਤੱਕ ਆਪਣੇ ਆਪ ਨੂੰ ਤਿਆਰ ਕਰੀ। ਪ੍ਰਭੂ ਨੇ ਸੰਗਤੀ ਦਿੱਤੀ, ਟੁੱਟੀ ਸੰਗਤੀ ਜੁੜ ਗਈ।
ਟੁੱਟੀ ਸੰਗਤੀ ਤੋਂ ਬਾਅਦ ਹੁਣ ਆਪਣੀ ਸੰਗਤੀ ਦੁਆਰਾ ਸਾਡੇ ਨਾਲ ਗੱਲ ਕਰਦਾ। ਵਚਨ ਕਹਿੰਦੇ ਉੱਠ, ਹੌਸਲਾ ਰੱਖ ਪ੍ਰਭੂ 'ਚ, ਤੇ ਪ੍ਰਭੂ ਦੀ ਸ਼ਕਤੀ ਦੇ ਪਰਾਕਰਮ 'ਚ ਕੀ ਹੋ ਜਾ। ਹੁਣ ਮੈਂ ਤੈਨੂੰ ਸ਼ਸਤਰ ਬਸਤਰ ਦੇਵਾਂਗਾ। ਉਹ ਸ਼ਸਤਰ ਬਸਤਰ ਜੇਕਰ ਤੂੰ ਪਹਿਨੇਗਾ, ਤੂੰ ਆਦਮੀ ਦੀ ਤਰ੍ਹਾਂ ਡਿੱਗੇਗਾ ਨਹੀਂ, ਸਗੋਂ ਸਭ ਕੁਝ ਮੁਕਾ ਕੇ ਕੀ ਕਰੇਗਾ, ਖਲੋਵੇਂਗਾ। ਹਾਲੇਲੂਇਆ। ਪ੍ਰਾਰਥਨਾ ਕਰੀਏ, ਆਪਣੇ ਆਪਣੇ ਆਤਮਿਕ ਜੀਵਨ ਦੀ ਚੌਕਸੀ ਦੀ ਪ੍ਰਾਰਥਨਾ ਕਰੀਏ। ਅੱਜ ਪਰਮੇਸ਼ਰ ਨੇ ਸਮਝਾਇਆ, ਤੁਸੀਂ ਸੱਚੇ ਬਣੋ, ਝੂਠ ਤੁਹਾਡੇ ਜੀਵਨ 'ਚ ਨਾ ਆਵੇ। ਹਵਾ ਦੇ ਜੀਵਨ 'ਚ ਝੂਠ ਆਇਆ ਸੀ, ਉਸੇ ਤੋਂ ਹੀ ਉਹਦੀ ਬਰਬਾਦੀ ਸ਼ੁਰੂ ਹੋ ਗਈ ਸੀ। ਉਦੋਂ ਹੀ ਸ਼ੈਤਾਨ ਨੇ ਉਹਦੇ ਤੇ ਹਮਲਾ ਸ਼ੁਰੂ ਕਰ ਦਿੱਤਾ ਸੀ। ਹਾਲੇਲੂਇਆ। ਧੰਨਵਾਦ ਹੋ, ਧੰਨਵਾਦ ਹੋ, ਧੰਨਵਾਦ ਹੋ सर्वशक्तिमान पिता परमेश्वर, तेरा धन्यवाद। हालेलुया, हालेलुया। तो आइए एक गीत गावांगे असी, गीत की किताब विचों 204 नंबर गीत। हालेलुया। शस्त्र फड़ा के, बस्तर पहना के, ਦਿੱਤੀ ਦਲੇਰੀ ਮੇਰੇ ਦਿਲ ਵਿੱਚ ਆਕੇ। ਅੱਜ ਵੀ ਪਰਮੇਸ਼ਰ ਨੇ ਆਪਣੇ ਵਚਨਾਂ ਦੁਆਰਾ ਸਾਨੂੰ ਦਲੇਰੀ ਦਿੱਤੀ। ਉੱਠ, ਪ੍ਰਭੂ ਦੀ ਸ਼ਕਤੀ ਤੇ ਪ੍ਰਭੂ ਦੇ ਪਰਾਕਰਮ 'ਚ ਕੀ ਹੋ ਜਾ, ਤਕੜਾ ਬਣਾ। ਉਹਦੇ ਸਾਰੇ ਸ਼ਸਤਰ ਬਸਤਰ ਕੀ ਕਰ ਲੈ। ਗਾਈਏ। ਸ਼ਸਤਰ ਫੜਾ ਕੇ, ਬਸਤਰ ਪਹਿਨਾ ਕੇ, ਦਿੱਤੀ ਦਲੇਰੀ ਮੇਰੇ ਦਿਲ ਵਿੱਚ ਆਕੇ, ਤਾਂ ਕਿ ਸ਼ੈਤਾਨ ਉੱਤੇ ਪਾਵਾਂ ਫਤਹ, ਦੇ ਕੇ ਰੂਹ ਪਾਕ ਮੇਰਾ ਦਿਲ ਭਰਿਆ। ਖੁਸ਼ੀ ਨਾਲ ਗਾਈਏ। ਹਾਲੇਲੂਇਆ, 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 ਹਾਲੇਲੂਇਆ। ਬੇਟੀ ਨੇ ਪ੍ਰੇਮ ਨਾਲ ਮੈਨੂੰ ਬੁਲਾਇਆ ਏ, ਕੱਢ ਕੇ ਖਤਰੇ ਦੇ ਵਿੱਚੋਂ ਕੋਲ ਬਿਠਾਇਆ ਏ। ਪ੍ਰੇਮੀ ਨੇ ਪ੍ਰੇਮ ਨਾਲ ਮੈਨੂੰ ਬੁਲਾਇਆ ਏ, ਕੱਢ ਕੇ ਖਤਰੇ ਦੇ ਵਿੱਚੋਂ ਕੋਲ ਬਿਠਾਇਆ ਏ। ਜੀਵਨ ਦਾ ਪਾਣੀ ਦਿੱਤਾ ਮੈਨੂੰ ਪਿਲਾ, ਦੇ ਕੇ ਰੂਹ ਪਾਕ ਮੇਰਾ ਦਿਲ ਭਰਿਆ। ਜੀਵਨ ਦਾ ਪਾਣੀ ਦਿੱਤਾ ਮੈਨੂੰ ਪਿਲਾ, ਦੇ ਕੇ ਰੂਹ ਪਾਕ ਮੇਰਾ ਦਿਲ ਭਰਿਆ। ਇਹ ਨਵੇਂ ਆਤਮਾ ਦਾ ਗੀਤ ਆ, ਇਹ ਹੁਣ ਦਾ ਗੀਤ ਆ ਜੋ ਆਤਮਿਕ ਤੌਰ ਤੇ ਚੱਲ ਰਹੇ ਨੇ। ਇਹ ਆਤਮਿਕ ਲੋਕਾਂ ਦਾ ਗੀਤ ਹੈ। ਹੁਣ ਨਹੀਂ ਲਗਾਂਗੇ, ਹੁਣ ਅਸੀਂ ਉਹਦੀ ਸ਼ਕਤੀ ਤੇ ਉਹਦੇ ਪਰਾਕਰਮ 'ਚ ਕੀ ਹੋ ਗਏ ਆ, ਤਕੜੇ ਹੋ ਗਿਆ। ਇਹ ਬਿਆਬਾਨ ਹੈ, ਦੁਸ਼ਮਨ ਸ਼ੈਤਾਨ ਹੈ, ਮੈਨੂੰ ਬਚਾਵੇ ਸਦਾ ਮੇਰਾ ਬਲਵਾਨ ਹੈ। ਇਹ ਬਿਆਬਾਨ ਹੈ, ਦੁਸ਼ਮਨ ਸ਼ੈਤਾਨ ਹੈ, ਮੈਨੂੰ ਬਚਾਵੇ ਸਦਾ ਮੇਰਾ ਬਲਵਾਨ ਹੈ। ਦੁੱਖਾਂ ਦੇ ਵੇਲੇ ਮੇਰੀ ਸੁਣਦਾ ਦੁਆ, ਦੇ ਕੇ ਰੂਹ ਪਾਕ ਮੇਰਾ ਦਿਲ ਭਰਿਆ। ਦੁੱਖਾਂ ਦੇ ਵੇਲੇ ਮੇਰੀ ਸੁਣਦਾ
ਸੁਨਹਿਰਾ ਗਾ ਰਹੇ ਹਾਂ ਜੋ ਪਹਿਲਾਂ ਗਾਇਆ, ਪੂਰੇ ਦਲੇਰੀ ਦੇ ਨਾਲ ਗਾਇਆ। ਅੱਜ ਪਰਮੇਸ਼ਰ ਆਤਮਿਕ ਤੌਰ ਤੇ ਨੰਗਿਆਂ ਨੂੰ ਆਤਮਿਕ ਵਸਤਰ ਪਹਿਨਾਉਣ ਲਈ ਜਾ ਰਿਹਾ। ਕਿਹੜੇ? शस्त्र फड़ा के बस्तर पहना के दित्ती दलेरी मेरे दिल विच आके, शस्त्र फड़ा के बस्तर पहना के दित्ती दलेरी मेरे दिल विच आके, ताके शैतान उते बाहां फड़ा देखे रूपाक मेरा दिल भरिया, ताके शैतान उते बाहां फड़ा देखे रूपाक मेरा दिल भरिया। हालेलुया 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 हालेलुया। प्रभु ललकारना स्वर्गां तो आवेगा, कामिल मुकद्दसा नू नाल ले जावेगा। प्रभु ललकारना स्वर्गां तो आवेगा, कामिल मुकद्दसा नू नाल ले जावेगा। गावांगा गीत एक नवां सदा, देखे रूपाक मेरा दिल भरिया। गावांगा गीत एक नवां सदा, देखे रूपाक मेरा दिल भरिया। हालेलुया 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 हालेलुया। प्रार्थना करिए सर। सर्वशक्तिमान पिता तेरे धन्नवादी ਹਾਂ। ਆइए ਆਪਣੇ ਸਿਰਾਂ ਨੂੰ ਝੁਕਾਵਾਂਗੇ, ਪ੍ਰਾਰਥਨਾ ਕਰਾਂਗੇ। ਸਰਵਸ਼ਕਤੀਮਾਨ ਦਿਆਲੂ ਪਿਤਾ, ਅਸੀਂ ਤੁਹਾਡੇ ਧੰਨਵਾਦੀ ਹਾਂ ਦੇ ਸੁੰਦਰ ਸਮੇਂ ਦੇ ਲਈ। ਪਿਤਾ ਇੱਕ ਵਾਰੀ ਫੇਰ ਆਪਣੇ ਕਦਮਾਂ 'ਚ ਤੁਸੀਂ ਸਾਨੂੰ ਬਿਠਾਇਆ, ਤੇਰਾ ਧੰਨਵਾਦ ਹੋ। ਤੇਰੀ ਸਤੁਤੀ ਕੀਤੀ, ਤੇਰੀ ਮਹਿਮਾ ਦੇ ਗੀਤ ਗਾਏ। ਸਭ ਪਿਤਾ ਤੁਸੀਂ ਆਪਣੇ ਤੀਸਰੇ ਸਵਰ ਕਬੂਲ ਕਰਨਾ, ਪਰ ਅੱਜ ਦੇ ਵਚਨ ਦੁਆਰਾ ਤੁਸੀਂ ਸਾਡੇ ਇੱਕ ਨਾਲ ਬੋਲੇ ਔਰ ਗੱਲਬਾਤ ਕੀਤੀ। ਪਿਤਾ ਤੁਸੀਂ ਫੇਰ ਜੋ ਅਦਨ ਦੇ ਬਾਗ 'ਚ ਘਾਟਾ ਪੈ ਗਿਆ ਸੀ ਉਸ ਨੂੰ ਪੂਰਾ ਕੀਤਾ ਹੈ ਪਿਤਾ, ਔਰ ਕਿਸ ਤਰ੍ਹਾਂ ਪੂਰਾ ਹੋਏਗਾ ਤੁਸੀਂ ਆਪਣੇ ਵਚਨਾਂ ਦੁਆਰਾ ਖੋਲ ਕੇ ਸਾਨੂੰ ਦੱਸ ਰਹੇ ਹੋ। ਪਿਤਾ ਤੂੰ ਸਾਨੂੰ ਆਤਮਿਕ ਤੌਰ ਤੇ ਮਰਿਆਂ ਨੂੰ ਨਵੇਂ ਸਿਰਿਓਂ ਜਨਮ ਦਿੱਤਾ। ਜਿਹੜੀ ਸੰਗਤੀ ਟੁੱਟ ਗਈ ਸੀ, ਫਿਰ ਤੇਰੀ ਸੰਗਤੀ ਸਾਡੇ ਨਾਲ ਜੁੜੀ। ਹੁਣ ਫਿਰ ਤੂੰ ਆਦਮ ਜਿਸ ਤਰ੍ਹਾਂ ਗੱਲਾਂ ਕਰਦੇ ਸੀ, ਅੱਜ ਵੀ ਸਾਡੇ ਨਾਲ ਗੱਲਾਂ ਕਰ ਰਿਹਾ। ਉੱਠ ਹੁਣ ਪ੍ਰਭੂ ਦੀ ਔਰ ਪ੍ਰਭੂ ਦੀ ਸ਼ਕਤੀ ਦੇ ਪਰਾਕਰਮ 'ਚ ਤਗੜਾ ਹੋ ਜਾ। ਉਹਦੇ ਸਾਰੇ ਸ਼ਸਤਰ ਬਸਤਰ ਲੈ ਲੈ, ਤਾਂ ਜੋ ਤੂੰ ਬੁਰੇ ਦਿਨਾਂ 'ਚ ਸਾਹਮਣਾ ਕਰ ਸਕੇ ਔਰ ਸਭੋ ਕੁਛ ਇਹ ਲੜਾਈ ਨੂੰ ਮੁਕਾ ਕੇ ਖਲੋ ਸਕੇ। ਪਿਤਾ ਇਹ ਆਤਮਿਕ ਲੜਾਈ ਨੂੰ, ਇਹ ਆਤਮਿਕ ਸਫ਼ਰ ਨੂੰ ਮੁਕਾ ਕੇ ਖਲੋ ਸਕਣ ਵਾਲੇ ਬਣੀ ਪਿਤਾ। ਜਿਸ ਤਰ੍ਹਾਂ ਪੌਲੁਸ ਕਹਿੰਦਾ, ਮੈਂ ਅੱਛੀ ਲੜਾਈ ਲੜ ਚੁੱਕਾ ਹਾਂ, ਮੈਂ ਨੇਚਾ ਦੀ ਸਾਂਭ ਕੀਤੀ, ਮੈਂ ਦੌੜ ਮੁਕਾ ਛੱਡੀ ਹੈ ਪਿਤਾ। ਉਹ ਲੜਾਈ ਲੜ ਕੇ ਫਤਿਹਮੰਦ ਹੋਇਆ। ਅਸੀਂ ਵੀ ਇਸੇ ਤਰ੍ਹਾਂ ਇਸ ਲੜਾਈ 'ਚ ਜਿੱਤੀਏ, ਉਹਦੇ ਵਾਸਤੇ ਜ਼ਰੂਰੀ ਆ ਇਹ ਤੇਰੇ ਸਾਰੇ ਸ਼ਸਤਰ ਔਰ ਵਸਤਰਾਂ ਨੂੰ ਅਸੀਂ ਪਹਿਨ ਲਈਏ। ਪਿਤਾ ਮੈਂ ਪ੍ਰਾਰਥਨਾ ਕਰਦਾ ਪੂਰੀ ਕਲੀਸਿਆ ਦੇ ਲਈ, ਜੋ ਸਮੇਂ ਇੱਥੇ ਬੈਠੇ ਨੇ, ਜੋ ਮੋਬਾਈਲ ਦੇ ਜ਼ਰੀਏ ਦੇ ਨਾਲ ਜਿੱਥੇ ਜਿੱਥੇ ਆਪਣੇ ਘਰਾਂ 'ਚ ਬਹਿ ਕੇ ਇਹਨਾਂ ਵਚਨਾਂ ਨੂੰ ਸੁਣ ਰਹੇ ਨੇ, ਤੂੰ ਸਭਨਾਂ ਤੇ ਆਪਣੀ ਮਹਾਨ ਕਿਰਪਾ ਕਰੀ। ਇਹ ਵਚਨ ਪਿਤਾ ਸਭਨਾਂ ਦੀ ਜ਼ਿੰਦਗੀ ਨੂੰ ਬਦਲਣ ਦਾ ਵਸੀਲਾ ਬਣ ਜਾਣ ਪਿਤਾ। ਇਸ ਵਚਨ ਨੂੰ ਸੱਚਾਈ ਦੇ ਨਾਲ ਗ੍ਰਹਿਣ ਕਰਨ ਔਰ ਇਸ ਸੱਚਾਈ ਤੇ ਖੜੇ ਰਹਿਣ ਪਿਤਾ। ਔਰ ਪਿਤਾ ਪਰਮੇਸ਼ਰ ਮੈਂ ਪ੍ਰਾਰਥਨਾ ਕਰਦਾ, ਹੁਣ ਜਦੋਂ ਤੂੰ ਆਪਣੇ ਵਚਨ ਖੋਲ ਕੇ ਦੇ ਰਿਹਾ ਪਿਤਾ, ਕੋਈ ਇਨਸਾਨ ਤੇਰੇ ਤੋਂ ਦੂਰ ਨਾ ਰਹੇ, ਕੋਈ ਇਨਸਾਨ ਆਤਮਾ 'ਚ ਮੁਰਦਾ ਨਾ ਰਹੇ, ਕੋਈ ਇਨਸਾਨ ਆਤਮਿਕ ਤੌਰ ਤੇ ਨੰਗਾ ਨਾ ਰਹੇ, ਬਲਕਿ ਤੂੰ ਬਸਤਰ ਵੀ ਦਿੱਤੇ ਨੇ ਔਰ ਸ਼ਸਤਰ ਵੀ ਫੜਾ ਦਿੱਤੇ ਨੇ ਪਿਤਾ। ਤੂੰ ਸਾਰੇ ਹੀ ਇੰਤਜ਼ਾਮ ਸਾਡੇ ਲਈ ਕਰਦੀ ਹੈ। ਤਾਂ ਹੀ ਕਿਸੇ ਕੀ ਨੇ ਤੂੰ ਪਿਆਰ ਕਰਦਾ ਪਿਤਾ। ਜਗਤ ਨੂੰ ਉਹਨੇ ਅਜਿਹਾ ਪਿਆਰ ਕੀਤਾ ਕਿ ਆਪਣਾ ਇਕਲੌਤਾ ਪੁੱਤਰ ਕੀ ਕਰ ਦਿੱਤਾ ਹੈ। ਇਹ ਤੇਰਾ ਪਿਆਰ ਹੈ ਪਿਤਾ। ਤੇਰੇ ਪਿਆਰ ਦਾ ਹੀ ਇਹ ਵਸੀਲਾ, ਤੇਰੇ ਪਿਆਰ ਦਾ ਹੀ ਇਹ ਪਿਤਾ ਜੀ ਇੱਕ ਸਾਨੂੰ ਫਲ ਆ, ਜਿਹੜਾ ਕਿ ਅਸੀਂ ਆਤਮਾ 'ਚ ਜਿਉਂਦੇ ਹੋ ਗਏ, ਤੇਰੇ ਨਾਲ ਸੰਗਤੀ ਮਿਲੀ ਆ ਔਰ ਸਾਨੂੰ ਸ਼ਸਤਰ ਔਰ ਵਸਤਰ ਪਹਿਨਾ ਲਈ ਜਾ ਰਿਹਾ। ਤੇਰਾ ਧੰਨਵਾਦ ਹੋ।
ਪਿਤਾ ਅੱਜ ਦੇ ਵਚਨ ਦੁਆਰਾ ਸਭ ਲੋਕ ਆਸ਼ੀਸ਼ ਪਾਉਣ, ਜਿਨ੍ਹਾਂ ਨੇ ਮੋਬਾਈਲ ਦੇ ਦੁਆਰਾ ਸੁਣਿਆ ਉਹ ਵੀ ਆਸ਼ੀਸ਼ ਪਾਉਣ, ਜਿਨ੍ਹਾਂ ਨੇ ਇੱਥੇ ਬੈਠ ਕੇ ਸੁਣਿਆ ਉਹ ਵੀ ਆਸ਼ੀਸ਼ ਪਾਉਣ, ਔਰ ਤੇਰੀ ਕਿਰਪਾ ਹਮੇਸ਼ਾ ਸਾਡੇ ਸਭਨਾਂ ਦੇ ਨਾਲ ਬਣੀ ਰਹੇ। ਧੰਨਵਾਦੀਆਂ, ਇੱਕ ਗੱਲ 'ਚ ਅਗਵਾਈ ਕੀਤੀ, ਮਦਦ ਕੀਤੀ, ਯਿਸੂ ਮਸੀਹ ਦੇ ਨਾਮ 'ਚ ਮੰਗਦੇ ਹਾਂ, ਆਮੀਨ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਸਭ ਨੂੰ ਜੈ ਮਸੀਹ ਦੀ। ਫਿਰ ਵੀਰਵਾਰ ਸਵੇਰ 11 ਵਜੇ ਇਸ ਕਲਾਸ ਦਾ ਅਗਲਾ ਪਾਠ 3 ਨੰਬਰ ਪਾਠ ਲੈ ਕੇ ਆਵਾਂਗੇ, ਔਰ ਜੋ ਪਹਿਲਾਂ ਤੁਸੀਂ ਸੁਣ ਚੁੱਕੇ ਹੋ ਉਹਨਾਂ ਤੇ ਅਮਲ ਕਰੋ, ਆਤਮਿਕ ਤੌਰ ਤੇ ਜਿੰਦੇ ਹੋਵੋ, ਪਰਮੇਸ਼ਰ ਦੇ ਨਾਲ ਫਿਰ ਸੰਗਤੀ ਕਰੋ, ਔਰ ਪਰਮੇਸ਼ਰ ਹੁਣ ਐਸੇ ਜਲਾਲੀ ਬਸਤਰ ਦੇਣ ਨਹੀਂ ਜਾ ਰਿਹਾ ਜਿਹਦੇ ਨਾਲ ਅਸੀਂ ਨਹੀਂ, ਹੁਣ ਸ਼ੈਤਾਨ ਹਾਰੇਗਾ। ਅਸੀਂ ਨਹੀਂ ਡਿੱਗਾਂਗੇ, ਸ਼ੈਤਾਨ ਘੁਟਨੇ ਟੇਕੇਗਾ। ਹਾਲੇਲੂਇਆ। ਵੀਰਵਾਰ ਤੱਕ, ਜਦ ਤੱਕ ਅਸੀਂ ਫਿਰ ਦੁਬਾਰਾ ਆਈਏ, ਤਦ ਤੱਕ ਲਈ ਪਰਮੇਸ਼ਰ ਤੁਹਾਨੂੰ ਸਾਰਿਆਂ ਨੂੰ ਸੰਭਾਲੇ, ਸਭਨਾਂ ਤੇ ਉਹਦੀ ਕਿਰਪਾ ਬਣੀ ਰਹੇ। ਸਭ ਨੂੰ ਜੈ ਮਸੀਹ ਦੀ।